ਜਿਹੜੇ ਤੁਹਾਡੇ ਕਿਸਾਨ ਆਗੂ ਉੱਥੇ ਪਹੁੰਚੇ ਜਿਨ੍ਹਾਂ ਨੂੰ ਬਿਲਕੁਲ ਰੋਕਿਆ ਟੋਕਿਆ ਹੀ ਨਹੀਂ ਗਿਆ, ਬਾਕੀ ਤਾਂ ਇੱਥੇ ਪੜ੍ਹ ਲਾ ਉੱਥੇ ਪੜ੍ਹ ਲਾ ਉੱਥੇ ਪੜ੍ਹ ਲਾ ਇੱਥੇ ਪੜ੍ਹ ਲਾ ਜਾਣ ਨਹੀਂ ਦੇ। ਮੈਂ ਜ਼ਰੂਰ ਤੁਹਾਨੂੰ ਕਹੂੰਗਾ ਨਾਮ ਕੋਡ ਕਰਕੇ ਤੁਸੀਂ ਜ਼ਰੂਰ ਗੱਲ ਕਰੋ ਸਾਨੂੰ ਕਿਸੇ ਚੀਜ਼ ਦੀ। ਮੈਂ ਕੋਡ ਕਰਾਂਗਾ। ਟਕੈਤ ਤੇ ਉਹ ਟਗਾਉਂਦਾ ਦਾ ਜਿਹੜਾ ਆਪਣਾ ਪ੍ਰਧਾਨ ਹੈ, ਕੀ ਨਾਮ ਦਾ, ਰੁਲਦਾ ਸਿੰਘ, ਇਹ ਦੋ ਬੰਦੇ ਉੱਥੇ ਪਹੁੰਚਦੇ ਨੇ ਇਮੀਡੀਏਟਲੀ। ਇਹਨਾਂ ਦੀ ਡਿਊਟੀ ਲਾਉਂਦੀ ਹੈ ਸੈਂਟਰ ਸਰਕਾਰ। ਇਹ ਵਿਕਾਊ ਮਾਲ ਨੇ, ਵਿਕੇ ਹੋਏ ਨੇ। मतलब तुसी बहुत वड्डा बयान दे रहे हो। बिल्कुल बहुत वड्डा रुलदू सिंह मानसा ते टकैत बिल्कुल विके होए ने ते एक केंद्र ने भेजे सीगे। बिल्कुल विके होए ने। जे मैं सच ही बोलना है ते फिर सच बोलने तो मैनू कहदा मेरे ते इल्जाम कहदा मैं जे बोलना ही सच है। मैनू ये दसो बई इन्हां ने जदों उत्थे तुहाडा बंदा अरेस्ट नहीं होया, ਜਦੋਂ ਤੁਹਾਡਾ ਕੁਝ ਹੋਇਆ ਨਹੀਂ, ਤੁਸੀਂ ਉਹਨਾਂ ਨੂੰ ਕਿਉਂ ਲਾਸ਼ਾਂ ਨੂੰ ਉੱਥੋਂ ਫਟਾਫਟ ਚੱਕ ਲਿਆ ਜੀ? ਕਿਉਂ ਉੱਥੇ ਗੱਲ ਕਿੱਥੋਂ ਆ ਗਈ ਮੁਆਵਜ਼ੇ ਦੀ? ਮੁਆਵਜ਼ਾ ਸਰਕਾਰਾਂ ਬਾਅਦ ਦਿੰਦੀਆਂ ਹੀ ਹੁੰਦੀਆਂ। ਨੌਕਰੀ ਤੇ ਸਮਝੌਤਾ ਕਰਾ ਹੋ ਗਿਆ। ਸਮਝੌਤਾ किस चीज़ का? समझौता क्या हुआ टकैत साहब? क्या समझौता किया आपने? आपने परिवारों को, बच्चों को बेच डाला। आपने अरेस्ट होने तक, क्यों आप अरेस्ट होने तक नहीं रुके? उन्होंने रिक्वेस्ट करा, अरेस्ट कराओ, उन्होंने डिसमिस कराओ, उन्होंने लाशा असी 5 दिन बाद भी साड़ सकते हैं, असी उत्थे 5 दिन बर्फ च भी रख सकते हैं। इन्नी की अग लगी। बिल्कुल विके ने, दे हैव सोल्ड द थिंग्स आउट। दोनों विके ने, जिवें इन्हां नूं बाकी तो किसी नूं जान नहीं दिता गया। ये दोनों किवें पहुँच गए उत्थे घंटे 6 घंटियां और इन्होंने जाके सारा सेंटर सरकार का जो मसौदा से सौदा मार के उन्होंने काम नूं खत्म करता। और जदों पोस्टमार्टम की रिपोर्ट के विच गोली आई ही नहीं, तो गोली वजी कोई नहीं, तो शरेआम गोलियां वजियां ने। पत्रकार नूं भी कहते बांह ते गोली वजी है। बिल्कुल। नौजवान जिहड़ा सिख नौजवान मरिया ਉਹਦੇ ਵੀ ਗੋਲੀਆਂ ਲੱਗੀਆਂ ਸੀ। ਉਹਦੇ ਪੇਰੈਂਟਸ ਦੱਸ ਰਹੇ ਨੇ, ਨੇੜੇ ਖੜੇ ਹੋਏ ਪ੍ਰਤੱਖਦਰਸ਼ੀ ਦੱਸ ਰਹੇ ਨੇ, ਸਾਡੇ ਚੈਨਲ ਤੇ ਇੰਟਰਵਿਊਜ਼ ਪਈਆਂ ਹੋਈਆਂ ਨੇ। आई विटनेस आप कह रहे हैं ਹੁਣ ਸਾਡੀ ਜਾਨ ਨੂੰ ਖਤਰਾ ਤੇ ਫਾਇਰ ਦੀ ਆਵਾਜ਼ ਆ ਰਹੀ ਹੈ, ਫਾਇਰ ਹੋ ਰਹੇ ਨੇ, ਤੇ ਫਾਇਰ ਗਏ ਕਿੱਥੇ ਫਿਰ? ਇਹ ਕਹਿੰਦੇ ਫਾਇਰਿੰਗ ਹੋਈ ਨਹੀਂ, ਫਾਇਰਿੰਗ ਦੀ ਸ਼ਰਮ ਆਵਾਜ਼ ਆ ਰਹੀ ਹੈ, ਠਾਠਾ ਗੋਲੀਆਂ ਚੱਲ ਰਹੀਆਂ, ਭਰੀਆਂ ਜਾ ਰਹੀਆਂ। ਤੇ ਮੈਨੂੰ ਇਹ ਦੱਸੋ ਫਿਰ ਇਸ ਤੋਂ ਵੱਡਾ ਜਿਹੜੀ ਇਹ ਗਦਾਰੀ ਨਹੀਂ ਇਹਨਾਂ ਦੀ ਕਿਸਾਨ ਲੀਡਰਾਂ ਦੀ, ਤਾਂ ਹੋਰ ਕੀ ਹੈ? ਫਰਜ਼ ਬਣਦਾ ਜੀ, ਚਾਹੇ 32 ਜਥੇਬੰਦੀਆਂ ਨੇ, ਚਾਹੇ ਹਰਿਆਣੇ ਦੀਆਂ ਜਥੇਬੰਦੀਆਂ ਨੇ, ਕੋਈ ਵੀ ਫੈਸਲਾ ਜੀ ਐਡਾ ਵੱਡਾ 40 ਜਥੇਬੰਦੀਆਂ ਇਕੱਠੀਆਂ ਹੋ ਕੇ ਕਰਦੀਆਂ, ਤੇ ਫਿਰ ਇਹ ਟਕੈਤ ਕੌਣ ਹੁੰਦਾ ਕੱਲਾ, ਤੇ ਉਹ ਰੁਲਦਾ ਸਿੰਘ ਕੌਣ ਹੁੰਦਾ ਕੱਲੇ ਦੋ ਬਹਿ ਕੇ ਕਰਨ ਵਾਲੇ? ये एड्डा वड्डा मसला तुसी 2 घंटिया सारा कुछ करके वो जी हमको बोल दिया। अगर हमारी बात नहीं मानेंगे तो 8 तारीख को भोग के ऊपर हम बहुत बड़ा एक एक्शन प्लान देंगे। उससे तेरे बकवास को ही पता लग रहा तू विकिया हुआ है, वो लैंग्वेज तो ਉਹਦਾ ਵੇ ਆਫ ਟਾਕਿੰਗ ਤੋਂ ਪਤਾ ਲੱਗ ਗਿਆ ਕਿ ਵਿਕਾਊ ਮਾਲ ਹੈ, ਇਹ ਵਿਕਿਆ ਹੋਇਆ। 2 ਘੰਟਿਆਂ 'ਚ ਮੁਆਵਜ਼ਾ ਦੇਤਾ। ਮੁਆਵਜ਼ਾ ਤੂੰ ਆਪਦਾ ਮੁੰਡਾ ਮਰਵਾ ਕੇ ਲੈ ਲੈ ਯਾਰ, ਮੁਆਵਜ਼ਾ ਤੇਰੇ ਮੁੰਡੇ ਹੈ ਨਾ, ਮਰਵਾ ਲਾ ਇੱਕ, ਤੇ ਤੈਨੂੰ ਕਰੋੜ ਰੁਪਏ ਮੁਆਵਜ਼ਾ ਦੇ ਦਿੰਦੇ ਆ, ਫਿਰ ਤੈਨੂੰ ਪਤਾ ਲੱਗੂ ਕਿਵੇਂ ਸਮਝੌਤੇ ਕਰੀ ਰਿਹਾ। ਦੂਜਿਆਂ ਦੇ ਬੱਚਿਆਂ ਨੂੰ ਤੂੰ ਬੱਚਿਆਂ ਨਹੀਂ ਸਮਝਦਾ, ਬੜਾ ਤੂੰ ਵੱਡਾ ਕਿਸਾਨ ਲੀਡਰ ਬਣ ਗਿਆ। ਇਹਨਾਂ ਹੀ ਤੈਨੂੰ ਬਚਾਇਆ ਸੀ। ਇਹ ਜਿਹੜੇ ਉੱਥੇ ਰੋਂਦੇ ਗਏ ਨੇ ਨਾ ਟਕੈਤ, ਤੈਨੂੰ ਬਾਰਡਰ ਤੇ ਇਹਨਾਂ ਨੇ ਹੀ ਬਚਾਇਆ ਸੀ। ਜਦੋਂ MLA 200 ਗੁੰਡੇ ਲੈ ਕੇ ਆ ਗਿਆ ਸੀ, ਇਹੀ ਮੁੰਡੇ ਸੀ ਉੱਥੇ, ਇਹੀ ਬੰਦੇ ਸੀ। ਬਿਲਕੁਲ। ਤੂੰ ਇਹਨਾਂ ਦੀ ਬਦੌਲਤ ਹੀ ਹੀਰੋ ਬਣਿਆ, ਤੇ ਤੂੰ ਵੇਚਣ ਲੱਗਿਆ 2 ਮਿੰਟ ਨਹੀਂ ਲਾਏ ਉਹਨਾਂ ਨੂੰ। ਲਖੀਮਪੁਰ ਖੀਰੀ ਜੋ ਘਟਨਾ ਉੱਥੇ ਵਾਪਰੀ, ਉਹ ਤੁਸੀਂ ਕਦੇ ਨਹੀਂ ਭੁੱਲ ਸਕਦੇ। ਅਜੇ ਮਿਸ਼ਰਾ ਟੈਣੀ MP BJP ਦਾ, ਜਿਸ ਦੇ ਬੇਟੇ ਨੇ ਇੱਕ ਅਜਿਹੀ ਦਰਿੰਦਗੀ ਦਿਖਾਈ, ਰੂਟ ਡਾਇਵਰਟ ਕਰ ਦਿੱਤਾ ਗਿਆ ਸੀ, ਪਰ ਫਿਰ ਵੀ ਜਿਹੜਾ ਰੂਟ ਕੈਂਸਲ ਕੀਤਾ ਗਿਆ, ਉਸ ਰੂਟ ਉੱਤੇ ਆਪਣੇ ਬੰਦਿਆਂ ਦੇ ਨਾਲ ਠਾਰ ਭਜਾਉਂਦਾ ਹੋਇਆ ਗਿਆ। ਤੇ ਜੋ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਸੀ, ਪਿੱਠ ਪਿੱਛੇ ਉਹਨਾਂ ਦੇ ਗੱਡੀ ਚੜਾਉਣੀ ਸ਼ੁਰੂ ਕੀਤੇ। ਜਿੰਨੇ ਸਾਹਮਣੇ ਆਏ ਸਭ ਰੌਂਦ ਦਿੱਤੇ ਗਏ, ਕਿੰਨੇ ਮਾਰ ਦਿੱਤੇ। ਪਰ ਕੋਰਟ ਤੱਕ ਮਸਲਾ ਪਹੁੰਚਦਾ ਹੈ, ਲਾਸ਼ਾਂ ਪਰਿਵਾਰ ਸੜਕਾਂ 'ਤੇ ਲੈ ਕੇ ਬੈਠੇ ਨੇ, ਤੇ ਬਾਅਦ ਦੇ ਵਿੱਚ ਕਿਹਾ ਜਾਂਦਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ। ਪ੍ਰਤੱਖਦਰਸ਼ੀ ਦੱਸਦੇ ਨੇ ਕਿ ਸਾਡੇ ਸਾਹਮਣੇ ਟੈਣੀ ਦੇ ਮੁੰਡੇ ਨੇ ਗੋਲੀਆਂ ਮਾਰ-ਮਾਰ ਕਿਸਾਨ ਮਾਰੇ। ਬਜ਼ੁਰਗ ਜਿਹੜੇ ਵਿੱਚ ਨੇ ਉਹ ਦੱਸਦੇ ਨੇ ਕਿ ਅਸੀਂ ਦੇਖਿਆ ਠਾਰ ਦੇ ਵਿੱਚ ਖੱਬੇ ਪਾਸੇ ਟੈਣੀ ਦਾ ਮੁੰਡਾ ਬੈਠਿਆ ਸੀ, ਦਰਿੰਦਗੀ ਕਰ ਰਿਹਾ ਸੀ। ਵੀਡੀਓ ਸਾਡੇ ਚੈਨਲ ਤੇ ਪਈਆਂ ਨੇ,
ਜਦੋਂ ਗੱਡੀ ਤੋਂ ਉਤਰ ਕੇ ਉਹਨਾਂ ਦਾ ਮੁੰਡਾ ਭੱਜ ਰਿਹਾ ਹੈ। ਪਰ ਰਿਪੋਰਟ ਸਾਹਮਣੇ ਆਉਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਕੋਈ ਵੀ ਗੋਲੀ ਲੱਗਣ ਨਾਲ ਮਰਿਆ ਹੀ ਨਹੀਂ। ਪੁਲਿਸ ਵੱਲੋਂ ਇਹ ਕਿਹਾ ਜਾਂਦਾ ਹੈ, ਕੋਰਟ ਕਚਹਿਰੀਆਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਇਹ ਇੱਕ ਹਾਦਸਾ ਸੀ। ਕਿਸਾਨਾਂ ਨੇ ਪਥਰਾਵ ਸ਼ੁਰੂ ਕੀਤਾ ਗੱਡੀ ਉੱਤੇ, ਗੱਡੀ ਦਾ ਬੈਲੈਂਸ ਵਿਗੜ ਗਿਆ, ਉਸ ਤੋਂ ਬਾਅਦ ਕਿਸਾਨ ਥੱਲੇ ਰੋਣ ਦਿੱਤੇ ਗਏ, ਤਾਂ ਕਰਕੇ ਇਹ ਸਾਰਾ ਹਾਦਸਾ ਵਾਪਰਿਆ। ਤੇ ਨੈਸ਼ਨਲ ਮੀਡੀਆ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਜੈਕਟ ਕਰਕੇ ਇਸ ਨੂੰ ਪਰੋਸ ਕੇ ਤੁਹਾਡੇ ਘਰਾਂ ਤੱਕ ਪਹੁੰਚਾਇਆ। ਪਰ ਅਸਲੀਅਤ ਕੀ ਸੀ? ਕੀ ਕਿਸੇ ਇੱਕ ਕਿਸਾਨ ਨੇ ਵੀ ਗੱਡੀ ਤੇ ਪੱਥਰ ਮਾਰਿਆ ਸੀ, ਜਾਂ ਇਹ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਕੀਤਾ ਗਿਆ? ਕਿਉਂਕਿ ਅਗਰ ਕਿਸਾਨਾਂ ਨੇ ਪੱਥਰ ਮਾਰਿਆ ਸੀ ਤਾਂ ਸੋਚਣ ਵਾਲੀ ਗੱਲ ਹੈ, ਗੱਡੀ ਦੇ ਸਾਹਮਣੇ 2.5 ਫੁੱਟ ਬਾਹਰ ਨਿਕਲਿਆ ਡੰਡਾ ਕਾਹਤੋਂ ਬੰਨਿਆ ਹੋਇਆ ਸੀ? ਤਾਂ ਆਮ ਲੋਕਾਂ ਦੀ ਵੀ ਸਮਝ 'ਚ ਆ ਸਕਦਾ ਹੈ ਕਿ ਸੜਕ ਦੇ ਸੱਜੇ ਖੱਬੇ ਵੀ ਜਿਹੜੇ ਤੁਰੇ ਜਾਂਦੇ ਨੇ ਨਾ, ਉਹ ਵੀ ਚੱਕ ਕੇ ਅਸੀਂ ਪੁੱਠੇ ਸੁੱਟਣੇ ਆ। ਤੇ ਵੀਡੀਓ ਦੇ ਵਿੱਚ ਤੁਸੀਂ ਸਭ ਚੀਜ਼ਾਂ ਪ੍ਰਤੱਖ ਦੇਖੀਆਂ ਨੇ, ਪਰ ਇਹ ਪ੍ਰਤੱਖ ਪ੍ਰਮਾਣ ਸ਼ਾਇਦ ਸਾਡੀਆਂ ਕੋਰਟਾਂ ਨੂੰ, ਕਚਹਿਰੀਆਂ ਨੂੰ, ਪੁਲਿਸ ਮਹਿਕਮੇ ਨੂੰ, ਸਾਡੇ ਉੱਚ ਅਧਿਕਾਰੀਆਂ ਨੂੰ, ਜਾਂ ਕਹਿ ਸਕਦੇ ਹਾਂ ਸਾਡੀਆਂ ਵਿਕੀਆਂ ਜ਼ਮੀਰਾਂ ਵਾਲੇ ਜਿਹੜੇ ਗੌਰਮੈਂਟ ਅਧਿਕਾਰੀ ਬੈਠੇ ਹੋਏ ਨੇ, ਸਾਡੇ ਸਿਆਸਤਦਾਨ ਬੈਠੇ ਹੋਏ ਨੇ, ਉਹਨਾਂ ਵਾਸਤੇ ਕੱਖ ਵੀ ਨਹੀਂ ਹੈ, ਕਿਉਂਕਿ ਉਹਨਾਂ ਦੀਆਂ ਅੱਖਾਂ ਉੱਤੇ ਪੱਟੀ ਪਈ ਹੈ। ਇਸੇ ਮਸਲੇ ਉੱਤੇ ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਕੈਪਟਨ ਚੰਨਨ ਸਿੰਘ ਨਾਲ ਕਿ ਉਹ ਇਸ ਸਾਰੇ ਮਾਮਲੇ ਨੂੰ ਕਿੱਦਾਂ ਦੇਖਦੇ ਨੇ, ਕਿ ਵਾਕਈ ਇਹ ਇੱਕ ਹਾਦਸਾ ਸੀ ਜਾਂ ਇੱਕ ਸੋਚੀ ਸਮਝੀ ਮਰਡਰ ਕਰਨ ਦੀ ਸਾਜ਼ਿਸ਼। ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਖੀਮਪੁਰ ਵਿੱਚ ਜੋ ਕੁਝ ਹੋਇਆ, ਸੋਸ਼ਲ ਮੀਡੀਆ ਉੱਤੇ ਤੁਸੀਂ ਇੱਕ ਇੱਕ ਚੀਜ਼ ਦੇਖੀ, ਨੈਸ਼ਨਲ ਨਿਊਜ਼ ਚੈਨਲ ਉਸ ਨੂੰ ਜਿੱਦਾਂ ਪ੍ਰੈਜ਼ੈਂਟ ਕਰ ਰਹੇ ਨੇ ਤੁਸੀਂ ਉਹ ਵੀ ਵੇਖਿਆ। ਹੁਣ ਮੈਂ ਸਭ ਤੋਂ ਪਹਿਲਾ ਸਵਾਲ ਇਹੀ ਹੈ, ਕੀ ਤੁਹਾਨੂੰ ਇਹ ਹਾਦਸਾ ਲੱਗਦਾ ਹੈ ਜਾਂ ਬੇਕਸੂਰੇ ਕਿਸਾਨਾਂ ਦਾ ਕਤਲ ਲੱਗਦਾ ਹੈ? ਮੈਂ ਇਹਨੂੰ ਹਾਦਸਾ ਵੀ ਨਹੀਂ ਕਹਿ ਸਕਦਾ ਔਰ ਇਹਨੂੰ ਮੈਂ ਬੇਕਸੂਰੇ ਕਿਸਾਨਾਂ ਦਾ ਕਤਲ ਵੀ ਨਹੀਂ ਕਹਿੰਦਾ। ਇਹ ਮੈਸੇਕਰ ਹੈ, ਮੈਸੇਕਰ। ਮੈਸੇਕਰ ਵਰਡ ਜਿਵੇਂ ਉਹਨਾਂ ਨੇ ਜਹਾਜ਼ ਮਾਰੇ ਸੀ ਨਾ ਪਾਕਿਸਤਾਨ, ਆਪਣਾ ਉਸਾਮਾ ਬਿਨ ਲਾਡਨ ਨੇ ਅਮਰੀਕਾ ਦੇ ਟਾਵਰਸ ਦੇ ਵਿੱਚ ਜੀ, ਤੇ ਹਜ਼ਾਰਾਂ ਬੰਦਿਆਂ ਦਾ ਮੈਸੇਕਰ ਕੀਤਾ ਸੀਗਾ। ਇਹ ਉਹੀ ਚੀਜ਼ ਹੋਈ ਹੈ। ਦੇ ਹੈਵ ਬੀਨ ਮੈਸੇਕਰਡ। ਬਈ ਤੁਸੀਂ ਗੱਡੀ ਆ ਰਹੀ ਹੈ, ਹੂਟਰ ਮਾਰਦੀ ਆ ਰਹੀ, 4x4 ਲੱਗਿਆ ਹੋਇਆ, ਡੰਡੇ ਉਹਨੇ ਬੰਨੇ ਹੋਏ ਨੇ, ਔਰ ਉਹ ਪਿੱਛੋਂ ਆ ਕੇ ਟੱਕਰ ਮਾਰਦੀ ਤੇ ਕਿਸਾਨ ਬੋਨਟ ਤੇ ਡਿੱਗਦੇ ਨੇ ਤੇ ਫਿਰ ਉਹ ਭਜਾਈ ਜਾ ਰਿਹਾ ਤੇ ਲੈਫਟ ਰਾਈਟ ਮਾਰੀ ਜਾ ਰਿਹਾ। ਬਈ ਜੇ ਤੁਹਾਡੇ, ਚਲੋ ਤੁਹਾਡੀ ਗੱਡੀ ਬ੍ਰੇਕ ਲਾ ਕੇ ਰੁਕ ਵੀ ਤਾਂ ਸਕਦੀ, ਜੇ ਤੁਹਾਡਾ ਐਕਸੀਡੈਂਟ ਹੋ ਗਿਆ ਤੇ ਤੁਸੀਂ ਉਹਨੂੰ 5-10 ਮੀਟਰ 'ਚ ਰੋਕ ਵੀ ਤਾਂ ਸਕਦੇ ਜੇ। ਬਿਲਕੁਲ। ਤੁਸੀਂ 500 ਮੀਟਰ ਥੋੜੀ ਭਜਾ ਕੇ ਜਾ ਸਕਦੇ ਜੇ ਔਰ ਬੰਦੇ ਮਾਰੀ ਜਾਂਦੇ ਜੇ। ਫਿਰ ਜੇ ਤੁਹਾਨੂੰ ਕਿਸੇ ਨੇ ਫੜ ਲਿਆ ਤੁਸੀਂ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਉਹਨੂੰ, ਔਰ ਸ਼ਰੇਆਮ ਤੁਸੀਂ ਗੋਲੀਆਂ ਨਾਲ 1-2 ਬੰਦੇ ਮਾਰਤੇ। ਲੇਕਿਨ ਇਹ ਸਾਰੀ ਪ੍ਰੀ ਪਲਾਨਡ ਸਟ੍ਰੈਟੇਜੀ ਸੀ ਕਿਸਾਨਾਂ ਦੀ ਮੂਵਮੈਂਟ ਨੂੰ ਫੇਲ ਕਰਨਾ, ਕਿਉਂਕਿ ਯੂਪੀ ਦੇ ਵਿੱਚ ਇਲੈਕਸ਼ਨ ਆ ਰਿਹਾ। ਯੂਪੀ ਦਾ ਇਹ ਕਾਂਡ ਕੀਤਾ ਗਿਆ, ਇਹ ਪੋਲਰਾਈਜੇਸ਼ਨ ਕਰਨ ਵਾਸਤੇ ਕੀਤਾ ਗਿਆ। ਟੋਟਲ ਪਹਿਲਾਂ ਤਾਂ ਮੁਸਲਮਾਨਾਂ ਨੂੰ ਮਾਰ ਕੇ ਕਰਦੇ ਸੀ, ਉਹਨਾਂ ਕਿਹਾ ਛੋਟੇ ਜਿਹੇ ਸਿੱਖ ਤੇ ਆਬਾਦੀ ਹੈਗੀ, ਇਹਨਾਂ ਨੂੰ ਮਾਰ ਕੇ ਸਾਰਾ ਇਲਾਕਾ ਆਪਾਂ ਪੋਲਰਾਈਜ਼ ਕਰ ਦਿਆਂਗੇ। ਦੇਖੋ ਜੀ ਇਹਨਾਂ ਨੇ ਪੱਥਰ ਮਾਰੇ, ਇਹਦੀ ਉਹਦਾ ਸ਼ੀਸ਼ਾ ਟੁੱਟਿਆ ਹੋਇਆ ਸੀ, ਉਹਨੂੰ ਨਜ਼ਰ ਨਹੀਂ ਆਏ, ਉਹਦਾ ਐਂ ਹੋ ਗਿਆ। ਇਹ ਸਾਰਾ ਪੋਲਰਾਈਜੇਸ਼ਨ ਕਰਨ ਵਾਸਤੇ ਜਿਹੜਾ ਡਰਾਮਾ ਰਚਿਆ ਗਿਆ, ਇਹਦੇ ਸੈਂਟਰਲ ਗੌਰਮੈਂਟ ਇਨਵੋਲਡ ਹੈ। ਹੋਮ ਮਿਨਿਸਟਰ ਤਾਂ ਹੈ ਹੀ ਹੈ, ਡਿਪਟੀ ਹੋਮ ਮਿਨਿਸਟਰ। ਇਹਦੇ ਤੁਹਾਡਾ ਹੋਮ ਮਿਨਿਸਟਰ ਅਮਿਤ ਸ਼ਾਹ ਵੀ ਇਨਵੋਲਡ ਹੈ, ਇਹਦੇ 'ਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੀ ਇਨਵੋਲਡ ਹੈ। ਅਗਰ ਉਹਨੂੰ ਇਹ ਨਜ਼ਰ ਆ ਰਿਹਾ ਹੈ, ਦੇਖੋ ਰਾਤ ਮੈਂ ਨੈਸ਼ਨਲ ਟੀਵੀ ਤੇ ਹੈਡਲਾਈਨ ਟੂਡੇ ਤੇ ਦੇਖ ਰਿਹਾ ਸੀ ਜੀ, ਸਰਦੇਸਾਈ ਇੱਕ ਸੁਪਰੀਮ ਕੋਰਟ ਦੇ ਰਿਟਾਇਰ ਜੱਜ ਨੂੰ ਲੈ ਕੇ डिस्कस कर रहा ਸੀ। कहता जज साहब ये देखिए, मैं आपको वीडियो दिखाता हूँ, ये गाड़ी का आपको शीशा नज़र आ रहा है टूटा हुआ? बोलता नहीं आ रहा। कोई किसान पत्थर मार रहा है? कहता नहीं मार रहा। ये किसान उधर को जा रहे हैं, गाड़ी पीछे से बज रही है? कहता हाँ जी बज रही है। कहता ये मैसेकर्ड है, दे हैव बीन मैसेकर्ड, ये कोई हादसा नहीं है। और देश बोल कह रहे, गोदी मीडिया बोल कह रहा है, ये टी शर्ट डाली खालिस्तान की, ये खालिस्तानी सीगे, ये फलाना सीगा, सारा दिन तो नैरेटिव खालिस्तान का चलाता। बिल्कुल एक्चुअल दे विच ये तुहानू सबक सिखाना चाहते हैं। किस गल दा सबक? किस गल दा सबक? ਜਿਹੜਾ ਤੁਸੀਂ ਪੰਜਾਬ ਚੋਂ ਮੋਰਚਾ ਲਾਇਆ ਤੇ ਪੰਜਾਬ ਦੇ ਵਿੱਚੋਂ ਹੀ ਮੋਰਚਾ ਲਾ ਕੇ ਉੱਥੋਂ ਤੱਕ ਪਹੁੰਚਿਆ ਹੈ ਤੇ ਉਹ ਤੁਹਾਡੇ ਤੇ ਬੜੇ ਦੁਖੀ ਨੇ, ਕਿਉਂਕਿ ਉਹ 2025 ਚ
ਜਦੋਂ ਇਹਦਾ ਐਨਵਰਸਰੀ ਆ ਰਹੀ ਹੈ ਨਾ ਆਰਐਸਐਸ ਦੀ 100 ਸਾਲ ਪੂਰੇ ਹੋਣੇ ਨੇ, 100 ਸਾਲ ਪੂਰੇ, ਉਦੋਂ ਤੱਕ ਉਹ ਪਲੈਨਿੰਗ ਕਰ ਰਿਹਾ ਹੈ ਤੋਂ ਇਹਨੂੰ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰਨ ਦੀ। ਬਿਲਕੁਲ। ਇਹ ਸਾਰੀ ਕਨਸਪੀਰੇਸੀ ਕੌਣ ਇਹਨਾਂ ਨੂੰ ਅਪੋਜ਼ ਕਰ ਸਕਦਾ? JNK ਇਹਨਾਂ ਨੇ ਖਤਮ ਕਰਤਾ, 3 ਹਿੱਸਿਆਂ 'ਚ ਵੰਡਤਾ, ਸਿੱਖਾਂ ਤੋਂ ਇਹਨਾਂ ਨੂੰ ਡਰ ਹੈ, ਸਿੱਖ ਅਪੋਜ਼ ਕਰ ਸਕਦੇ ਨੇ, ਐਂਡ ਟੂਥ ਐਂਡ ਨੇਲ ਕਰ ਸਕਦੇ ਨੇ। ਔਰ ਇਹ ਇੱਕ ਐਸੀ ਕੌਮ ਹੈ, ਉਹਨਾਂ ਨੂੰ ਡਿਮੋਰਲਾਈਜ਼ ਕਰਨ ਵਾਸਤੇ ਸਾਰਾ ਐਕਟ ਕੀਤਾ ਗਿਆ, ਜਾਣਬੁੱਝ ਕੇ ਪਲਾਨ ਕਰਕੇ ਕੀਤਾ ਗਿਆ। ਇਹ ਮਰਡਰ ਕੋਈ ਨਹੀਂ, ਇਹ ਮੈਸੇਕਰ ਕੀਤਾ ਗਿਆ। ਹੁਣ ਮੈਂ ਪ੍ਰਾਈਮ ਮਿਨਿਸਟਰ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਆਨਰੇਬਲ ਪ੍ਰਾਈਮ ਮਿਨਿਸਟਰ, ਤੁਸੀਂ ਉਹਨੂੰ ਨਾਲ ਬਿਠਾ ਕੇ ਉਹਦੇ ਨਾਲ ਗੱਲਾਂ ਕਰਦੇ ਜੇ, ਉਹਨਾਂ ਨਾਲ ਮੀਟਿੰਗਾਂ ਕਰਦੇ ਜੇ। ਹੁਣ ਤੁਹਾਨੂੰ ਕੋਈ ਨਜ਼ਰ ਨਹੀਂ ਆ ਰਿਹਾ, ਤੁਸੀਂ ਨਹੀਂ ਵੀਡੀਓ ਦੇਖ ਰਹੇ, ਤੁਸੀਂ ਉਹ ਸੁਪਰੀਮ ਕੋਰਟ ਦਾ ਜਿਹੜਾ ਸਿਟਿੰਗ ਜੱਜ ਉੱਥੇ ਕਮੈਂਟ ਕਰ ਰਿਹਾ ਉਹ ਨਹੀਂ ਸੁਣ ਰਹੇ, ਤੁਹਾਨੂੰ ਕੁਝ ਨਜ਼ਰ ਨਹੀਂ ਆ ਰਿਹਾ, ਤੇ ਤੁਸੀਂ ਐਕਸ਼ਨ ਕੀ ਲੈ ਰਹੇ ਜੇ? ਤੁਸੀਂ ਚਾਹੁੰਦੇ ਜੇ ਕਿ ਇਹਨੂੰ ਸਾਰਾ ਫਟਾਫਟ ਇਹਨੂੰ ਮਿਟਾ ਕੇ, ਜਿਸ ਤਰੀਕੇ ਨਾਲ ਇਹਨੂੰ ਹੌਜ-ਪੌਜ ਕੀਤਾ ਗਿਆ ਸਿਸਟਮ ਨੂੰ ਸਾਰੇ ਨੂੰ, ਸਾਰਾ ਦਿਨ ਜੇ ਉਹ ਵੀਡੀਓ ਸਾਹਮਣੇ ਨਾ ਆਉਂਦੇ ਤੇ ਪਰਚਾ ਕਿਸਾਨਾਂ ਤੇ ਕਰਨਾ ਸੀ ਇਹਨਾਂ ਨੇ। ਬਿਲਕੁਲ। ਇਹਨਾਂ ਨੇ ਕਹਿਣਾ ਇਹਨਾਂ ਨੇ ਪੱਥਰ ਮਾਰੇ, ਉਹਦਾ ਸ਼ੀਸ਼ਾ ਤੋੜਤਾ, ਸ਼ੀਸ਼ਾ ਤੋੜ ਕੇ ਉਹਨੂੰ ਅਜੇ ਉਹ ਨਜ਼ਰ ਨਹੀਂ ਆਇਆ, ਨਜ਼ਰ ਆ ਕੇ ਗੱਡੀ ਉੱਪਰ ਚੜ੍ਹ ਗਈ। ਫਿਰ ਇਹਨਾਂ ਨੇ ਇਹ ਨੈਰੇਟਿਵ ਲਿਆਣਾ ਸੀਗਾ, ਲੇਕਿਨ ਉਹ ਤਾਂ ਸ਼ੁਕਰ ਕਰੋ ਕਿ ਸਾਰੇ ਵੀਡੀਓ ਪਤਾ ਹੀ ਨਹੀਂ ਹੁਣ ਕਿੰਨੇ ਬਣਾਏ ਨੇ, ਗ੍ਰੇਟਨੈਸ ਆਫ ਹਿਮ, ਜਿਹੜੇ ਇਹ ਵੀਡੀਓ ਸਾਰੇ ਸਾਹਮਣੇ, ਇਹ ਵੀਡੀਓਜ਼ ਜਿਹਨਾਂ ਨੇ ਬਣਾਏ ਨੇ ਉਹਨਾਂ ਵਿੱਚ ਇੱਕ ਪੱਤਰਕਾਰ ਵੀ ਸੀ ਜੋ ਸਭ ਤੋਂ ਫਰੰਟ ਤੇ ਖੜਾ ਹੋ ਕੇ ਵੀਡੀਓ ਬਣਾ ਰਿਹਾ ਸੀ। ਉਹ ਪੱਤਰਕਾਰ ਵੀ ਨਹੀਂ ਰਿਹਾ ਤੇ ਉਸ ਪੱਤਰਕਾਰ ਦੇ ਮਰਨ ਦੀ ਖਬਰ ਤੱਕ ਜਾਂ ਉਹਦੀ ਗੱਲ ਤੱਕ ਵੀ ਬਾਹਰ ਨਹੀਂ ਕੱਢੀ ਗਈ ਕਿ ਕੋਈ ਪੱਤਰਕਾਰ ਵੀ ਮਰਿਆ। ਆਈ ਥਿੰਕ ਅਮਨ ਨਾਮ ਹੈ ਉਸਦਾ। ਤੇ ਹੁਣ ਅਗਰ ਦੂਸਰੇ ਪਾਸੇ ਅਸੀਂ ਦੇਖੀਏ, ਟੈਣੀ ਆਪਣੀ ਕੁਰਸੀ ਤੇ ਬੈਠਿਆ ਹੈ, ਅਗਰ ਅਜਿਹਾ ਹਾਦਸਾ ਕਿਸੇ ਵੀ MP ਦੇ ਵੱਲੋਂ ਜਾਂ MLA ਵੱਲੋਂ ਕੀਤਾ ਜਾਂਦਾ ਹੈ, ਉਹਨੂੰ ਨਾਲ ਦੀ ਨਾਲ ਕੁਰਸੀ ਤੋਂ ਲਾ ਕੇ ਥੱਲੇ ਸੁੱਟ ਦਿੱਤਾ ਜਾਂਦਾ ਹੈ। ਪਰ ਉਰੇ ਖੇਡ ਕੀ ਖੇਡੀ ਗਈ, ਪਰਿਵਾਰਾਂ ਦੇ ਵੱਲੋਂ ਲਾਸ਼ਾਂ ਲਿਆ ਕੇ ਸੜਕ ਉੱਤੇ ਰੱਖ ਦਿੱਤੀਆਂ ਗਈਆਂ। ਪੂਰੇ, ਮੈਂ ਪੰਜਾਬ ਤੇ ਹਰਿਆਣੇ ਤੋਂ ਨਹੀਂ ਕਹੂੰਗਾ, ਪੂਰੇ ਭਾਰਤ ਤੋਂ, ਜਿੱਦਾਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਕਿਸਾਨ ਡਟੇ ਸੀ ਨਾ, ਟਰਾਲੀਆਂ ਭਰ ਭਰ ਕੇ ਗਈਆਂ ਸੀਗੀਆਂ ਤੇ 2-2 3-3 ਕਿਲੋਮੀਟਰ ਲੰਬੇ ਜਾਮ ਲੱਗ ਗਏ ਸੀ, ਉੱਦਾਂ ਹੀ UP ਦੇ ਵਿੱਚ ਹਰ ਪਾਸਿਓਂ ਕਿਸਾਨ ਪਹੁੰਚਣੇ ਸ਼ੁਰੂ ਹੋ ਰਹੇ ਸੀ ਤੇ CID ਦੀਆਂ ਬੜੀਆਂ ਪ੍ਰਤੱਖ ਰਿਪੋਰਟਸ ਉਹਨਾਂ ਕੋਲ ਪਹੁੰਚ ਗਈਆਂ ਸੀ। ਤੇ ਕਾਲੀ ਦੇ ਵਿੱਚ, ਜਲਦੀ ਦੇ ਵਿੱਚ ਅੱਜ ਤੱਕ ਤੁਸੀਂ ਕਿਸੇ ਵੀ ਕਿਸਾਨ ਦੇ ਮਰਨ ਦੇ ਉੱਤੇ 45 ਲੱਖ ਮੁਆਵਜ਼ਾ ਤੇ ਇੱਕ ਸਰਕਾਰੀ ਨੌਕਰੀ, ਇਹ ਐਲਾਨ ਕਦੀ ਸੁਣਿਆ ਹੈ? ਇਹ ਕੁਝ ਘੰਟਿਆਂ ਦੇ ਵਿੱਚ ਤੈਅ ਹੋ ਜਾਂਦਾ ਹੈ ਤੇ ਸ਼ਰਮ ਆਉਂਦੀ ਹੈ ਸਾਨੂੰ ਦੱਸਦਿਆਂ ਹੋਇਆਂ ਵੀ, ਕਹਿੰਦਿਆਂ ਹੋਇਆਂ ਵੀ, ਸੰਗਤ ਦੇ ਸਾਹਮਣੇ ਗੱਲ ਕਰਦਿਆਂ ਹੋਇਆਂ ਵੀ, ਕਿ ਸਾਡੇ ਆਪਣੇ ਕਿਸਾਨ ਆਗੂ ਵੀ ਉੱਥੇ ਮੌਜੂਦ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਇੰਨਾ ਵੱਡਾ ਮੁਆਵਜ਼ਾ ਲੈ ਕੇ ਅਸੀਂ ਬਾਹਰ ਨਿਕਲੇ ਹਾਂ। ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਸਾਡੇ ਵਾਸਤੇ ਇਹ ਖੁਸ਼ੀ ਦੀ ਗੱਲ ਹੈ ਕਿ ਅਸੀਂ ਮੁਆਵਜ਼ੇ ਲੈ ਕੇ ਉੱਥੋਂ ਬਾਹਰ ਨਿਕਲੇ ਹਾਂ, ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ? ਜਿਹੜੇ ਤੁਹਾਡੇ ਕਿਸਾਨ ਆਗੂ ਉੱਥੇ ਪਹੁੰਚੇ, ਜਿਨ੍ਹਾਂ ਨੂੰ ਬਿਲਕੁਲ ਰੋਕਿਆ ਟੋਕਿਆ ਹੀ ਨਹੀਂ ਗਿਆ, ਬਾਕੀ ਤਾਂ ਇੱਥੇ ਫੜ ਲਾ, ਉੱਥੇ ਫੜ ਲਾ, ਉੱਥੇ ਫੜ ਲਾ, ਇੱਥੇ ਫੜ ਲਾ, ਜਾਣ ਨਹੀਂ ਦੇ। ਮੈਂ ਜ਼ਰੂਰ ਤੁਹਾਨੂੰ ਕਹੂੰਗਾ ਨਾਮ ਕੋਡ ਕਰਕੇ ਤੁਸੀਂ ਜ਼ਰੂਰ ਗੱਲ ਕਰੋ, ਸਾਨੂੰ ਕਿਸੇ ਚੀਜ਼ ਦੀ ਡਰ ਨਹੀਂ। ਕੋਡ ਕਰਾਂਗਾ। ਟਕੈਤ ਤੇ ਉਹ ਟਕਾਉਂਦਾ ਦਾ ਜਿਹੜਾ ਆਪਣਾ ਪ੍ਰਧਾਨ ਹੈ, ਕੀ ਨਾਮ ਦਾ, ਰੁਲਦਾ ਸਿੰਘ, ਇਹ ਦੋ ਬੰਦੇ ਉੱਥੇ ਪਹੁੰਚਦੇ ਨੇ ਇਮੀਡੀਏਟਲੀ। ਇਹਨਾਂ ਦੀ ਡਿਊਟੀ ਲਾਉਂਦੀ ਹੈ ਸੈਂਟਰ ਸਰਕਾਰ। ਇਹ ਵਿਕਾਊ ਮਾਲ ਨੇ, ਵਿਕੇ ਹੋਏ ਨੇ। ਮਤਲਬ ਤੁਸੀਂ ਬਹੁਤ ਵੱਡਾ ਬਿਆਨ ਦੇ ਰਹੇ ਹੋ। ਬਿਲਕੁਲ ਬਹੁਤ ਵੱਡਾ ਬਿਆਨ। ਰੁਲਦੂ ਸਿੰਘ ਮਾਨਸਾ ਤੇ ਟਕੈਤ ਬਿਲਕੁਲ ਵਿਕੇ ਹੋਏ ਨੇ ਤੇ ਇੱਕ ਕੇਂਦਰ ਨੇ ਭੇਜੇ ਸੀਗੇ। ਬਿਲਕੁਲ ਵਿਕੇ ਹੋਏ ਨੇ। ਜੇ ਮੈਂ ਸੱਚ ਹੀ ਬੋਲਣਾ ਤੇ ਫਿਰ ਸੱਚ ਬੋਲਣ ਤਾਂ ਮੈਨੂੰ ਕਾਹਦਾ ਮੇਰੇ ਤੇ ਇਲਜ਼ਾਮ, ਕਾਹਦਾ? ਮੈਂ ਜੇ ਬੋਲਣਾ ਹੀ ਸੱਚ ਹੈ, ਮੈਨੂੰ ਇਹ ਦੱਸੋ ਬਈ ਇਹਨਾਂ ਨੇ ਜਦੋਂ ਉੱਥੇ ਤੁਹਾਡਾ ਬੰਦਾ ਅਰੈਸਟ ਨਹੀਂ ਹੋਇਆ, ਜਦੋਂ ਤੁਹਾਡਾ ਕੁਝ ਹੋਇਆ ਨਹੀਂ, ਤੁਸੀਂ ਉਹਨਾਂ ਨੂੰ ਕਿਉਂ ਲਾਸ਼ਾਂ ਨੂੰ ਉੱਥੋਂ ਫਟਾਫਟ ਚੱਕ ਰਹੇ ਜੀ? ਕਿਉਂ? ਉੱਥੇ ਗੱਲ ਕਿੱਥੋਂ ਆ ਗਈ ਮੁਆਵਜ਼ੇ ਦੀ? ਮੁਆਵਜ਼ਾ ਸਰਕਾਰਾਂ ਬਾਅਦ ਦਿੰਦੀਆਂ ਹੀ ਹੁੰਦੀਆਂ। नौकरी तो समझौता करा हो गया। समझौता किस चीज़ का? समझौता क्या हुआ टकैत साहब? क्या समझौता किया आपने? आपने परिवारों को, बच्चों को बेच डाला। आपने अरेस्ट होने तक, क्यों आप अरेस्ट होने तक नहीं रुके? उन्होंने रिक्वेस्ट कराओ, अरेस्ट कराओ, उन्होंने डिसमिस कराओ, उन्होंने दिस थिंग लाशा असी 5 दिन बाद भी साड़ सकते हैं, असी उत्थे 5 दिन बर्फ च भी रख सकते हैं। इन्नी की अग लगी? बिल्कुल विके ने। दे हैव सोल्ड द थिंग्स आउट। दोनों विके ने, जिवें इन्हां नूं जान, बाकी तो किसी नूं जान नहीं दिता गया। ये दोनों किवें पहुँच गए उत्थे घंटे 6 घंटियां च? और इन्हां ने जाके सारा सेंटर सरकार का जो मसौदा से सौदा मार के उन्होंने काम नूं खत्म करता। और जदों पोस्टमार्टम की रिपोर्ट दे विच गोली आई ही नहीं, तो गोली वजी कोई नहीं, तो शरेआम गोलियां वजियां ने। पत्रकार नूं भी कहंदे बांह ते गोली वजी है।
ਬਿਲਕੁਲ। ਨੌਜਵਾਨ ਜਿਹੜਾ ਸਿੱਖ ਨੌਜਵਾਨ ਮਰਿਆ ਉਹਦੇ ਵੀ ਗੋਲੀਆਂ ਲੱਗੀਆਂ ਸੀ, ਉਹਦੇ ਪੇਰੈਂਟਸ ਦੱਸ ਰਹੇ ਨੇ, ਨੇੜੇ ਖੜੇ ਹੋਏ ਪ੍ਰਤੱਖਦਰਸ਼ੀ ਦੱਸ ਰਹੇ ਨੇ, ਸਾਡੇ ਚੈਨਲ ਤੇ ਇੰਟਰਵਿਊਜ਼ ਪਈਆਂ ਹੋਈਆਂ ਨੇ, ਆਈ ਵਿਟਨੈਸ ਆਪ ਕਹਿ ਰਹੇ ਨੇ ਹੁਣ ਸਾਡੀ ਜਾਨ ਨੂੰ ਖਤਰਾ ਤੇ ਫਾਇਰ ਦੀ ਆਵਾਜ਼ ਆ ਰਹੀ ਹੈ, ਫਾਇਰ ਹੋ ਰਹੇ ਨੇ, ਤੇ ਉਹ ਫਾਇਰ ਗਏ ਕਿੱਥੇ ਫਿਰ? ਇਹ ਕਦੇ ਫਾਇਰਿੰਗ ਹੋਈ ਨਹੀਂ, ਫਾਇਰਿੰਗ ਦੀ ਸ਼ਰਮ ਆਵਾਜ਼ ਆ ਰਹੀ ਹੈ, ਠਾਠਾ ਗੋਲੀਆਂ ਚੱਲ ਰਹੀਆਂ, ਭਰੀਆਂ ਜਾ ਰਹੀਆਂ। ਤੇ ਮੈਨੂੰ ਇਹ ਦੱਸੋ ਫਿਰ ਇਸ ਤੋਂ ਵੱਡਾ ਜਿਹੜੀ ਇਹ ਗਦਾਰੀ ਨਹੀਂ ਇਹਨਾਂ ਦੀ ਕਿਸਾਨ ਲੀਡਰਾਂ ਦੀ, ਤਾਂ ਹੋਰ ਕੀ ਹੈ? ਇਹਨਾਂ 'ਚੋਂ ਬਹੁਤ ਸਾਰੇ ਵਿਕ ਚੁੱਕੇ ਆ, ਐਡਾ ਵੱਡਾ ਇਲਜ਼ਾਮ ਲਾ ਰਿਹਾ, ਇਹਨਾਂ 'ਚੋਂ ਬਹੁਤ ਸਾਰੇ ਵਿਕ ਚੁੱਕੇ ਆ। ਤੇ ਫਿਰ ਜਿਹੜੇ ਬਾਰਡਰਾਂ ਤੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਆ, ਯੂਪੀ ਦੇ ਵਿੱਚ ਜਿਹੜੇ ਕਿਸਾਨ ਮੋਰਚਿਆਂ ਤੇ ਬੈਠੇ ਆ, ਉਹਨਾਂ ਦਾ ਵਾਲੀ ਵਾਰਸ ਕੌਣ ਹੈ? ਕਿਉਂਕਿ ਉਹ ਤਾਂ ਬੜੀਆਂ ਉਮੀਦਾਂ ਲਾਈ ਬੈਠੇ ਨੇ ਇਹਨਾਂ ਤੋਂ। ਇਹਨਾਂ ਦੀਆਂ ਉਮੀਦਾਂ ਦਾ ਤੁਹਾਨੂੰ ਹੋਰ ਪਤਾ ਲੱਗ ਜਾਊਗਾ, ਹੋਰ ਥੋੜੀ ਦੇਰ ਨੂੰ ਪਤਾ ਲੱਗ ਜਾਊਗਾ, ਯੂਪੀ ਦੀਆਂ ਇਲੈਕਸ਼ਨਾਂ ਆ ਗਈਆਂ, ਪਤਾ ਲੱਗ ਜਾਊਗਾ ਤੁਹਾਨੂੰ ਕੀ ਉਮੀਦਾਂ ਅਸੀਂ ਲਾਈ ਬੈਠੇ ਇਹਨਾਂ ਤੋਂ। ਮਤਲਬ ਜਿਹੜੇ 3 ਕਾਲੇ ਕਾਨੂੰਨ ਨੇ, ਕਿਉਂਕਿ ਹੁਣ ਜ਼ਿਹਨ ਦੇ ਵਿੱਚ ਹਰ ਕਿਸੇ ਦੇ ਵੀ ਇਹੀ ਆ ਰਿਹਾ ਹੈ ਕਿ ਜੇ ਇੰਨਾ ਵੱਡਾ ਹਮਲਾ ਕਿਸਾਨੀ ਉੱਤੇ ਹੋਇਆ ਸੀ, ਟੈਣੀ ਦੇ ਬੇਟੇ ਨੇ ਜੋ ਘਟੀਆ ਹਰਕਤ ਕੀਤੀ, ਜਿੱਦਾਂ ਕਿਸਾਨਾਂ ਨੂੰ ਗੱਡੀ ਥੱਲੇ ਰੌਂਦਿਆ, ਤੇ ਇੰਨੀ ਕੀ ਵੀ ਕਹਿੰਦੇ ਨੇ ਕਿ ਦਇਆ ਨਹੀਂ ਦਿਖਾਈ, ਜਦੋਂ ਗੱਡੀ ਤੋਂ ਉਤਰ ਕੇ ਭੱਜਿਆ ਉਹ, ਤੇ ਉਦੋਂ ਵੀ ਗੱਡੀ ਦੇ ਸਾਹਮਣੇ ਵਾਲੇ ਟਾਇਰ ਦੇ ਥੱਲੇ ਇੱਕ ਇਨਸਾਨ ਤੜਪਦਾ ਪਿਆ ਸੀ। ਸਾਡੇ ਸਾਹਮਣੇ ਅਗਰ ਕੋਈ ਜਾਨਵਰ ਵੀ ਤੜਪ ਰਿਹਾ ਹੋਵੇ ਨਾ, ਤਾਂ ਸਾਡੇ ਵੀ ਦਿਲ 'ਚੋਂ ਹਾਏ ਨਿਕਲਦੀ ਹੈ, ਸਾਡਾ ਮਨ ਕਰਦਾ ਹੈ ਅਸੀਂ ਚੱਕ ਕੇ ਉਹਨੂੰ ਉਸ ਦਰਦ 'ਚੋਂ ਨਿਜਾਤ ਦਵਾ ਦਈਏ, ਕੱਢ ਲਈਏ ਬਾਹਰ। ਉਰੇ ਇਨਸਾਨ ਤੜਪਦਾ ਪਿਆ ਸੀ, ਪਰ ਉਹਨੂੰ ਆਪਣਾ ਆਪ ਬਚਾਉਣਾ ਸੀ। ਸਭ ਕੁਝ ਦੇਖਦਿਆਂ ਹੋਇਆਂ ਵੀ ਜੇ ਸਾਡੀਆਂ ਸਰਕਾਰਾਂ ਅੱਖਾਂ ਬੰਦ ਕਰਕੇ ਬੈਠੀਆਂ ਨੇ, ਕਹਿੰਦੇ ਨੇ ਜਿੱਦਾਂ ਗਾਂਧੀ ਦੇ 3 ਬਾਂਦਰ ਹੁੰਦੇ ਨੇ, ਅੱਖਾਂ ਬੰਦ ਕੀਤੀਆਂ, ਕੰਨ ਬੰਦ ਕੀਤਾ, ਮੂੰਹ ਬੰਦ ਕੀਤੇ ਆ। ਮੈਂ ਇਹੀ ਕਹਾਂਗਾ, ਸਾਡੇ ਜੱਜ, ਕੋਰਟ ਕਚਹਿਰੀਆਂ, ਪੁਲਿਸ ਦੇ ਉੱਚ ਅਧਿਕਾਰੀ, ਮੰਤਰੀਆਂ ਦੀ ਗੱਲ ਹੀ ਕਰਦੀਆਂ, ਸਾਰੇ ਉਹੀ ਬਣ ਕੇ 3 ਬਾਂਦਰ ਬਹਿ ਗਏ ਹੋ। ਤੇ ਜੇਕਰ ਤੁਹਾਨੂੰ ਅਜੇ ਵੀ ਇਹ ਨਜ਼ਰ ਨਹੀਂ ਆਉਂਦਾ, ਤਾਂ ਇੱਕ ਚੀਜ਼ ਯਾਦ ਰੱਖਿਓ, ਜਿੰਨੇ ਮਰਜ਼ੀ ਵੱਡੇ ਅਹੁਦਿਆਂ ਤੇ ਹੋ, ਜਿਹੜੀ ਆਹ ਗੁੰਡਾਗਰਦੀ ਟੈਣੀ ਵਰਗਿਆਂ ਨੇ ਸ਼ੁਰੂ ਕੀਤੀ ਹੈ, ਚਾਹੇ MP ਹੋਣ, ਚਾਹੇ MLA ਹੋਣ, ਇਹ ਗੁੰਡਾਗਰਦੀ ਕੱਲ੍ਹ ਨੂੰ ਤੁਹਾਡੇ ਆਪਣੇ ਘਰ ਤੱਕ ਵੀ ਪਹੁੰਚੂਗੀ, 101% ਪਹੁੰਚੂਗੀ। ਜਿੱਦਣ ਕਦੀ ਤੁਹਾਡੇ ਪੁੱਤ ਤੇ ਤੁਹਾਡੀ ਧੀ ਭੈਣ ਤੇ ਹੱਥ ਪਿਆ ਨਾ, ਉਦੋਂ ਤੁਸੀਂ ਕਹੋਗੇ ਉਦੋਂ ਮੌਕਾ ਸੀ ਇਹਨੂੰ ਠੋਕਣ ਦਾ। ਅੰਦਰ ਇੰਨੀ ਵੱਡੀ ਗੱਲ ਤੇ ਇੰਨਾ ਵੱਡਾ ਗੁਨਾਹ ਕੀਤਾ ਸੀ, ਪਰ ਉਦੋਂ ਸ਼ਾਇਦ ਮੇਰੇ ਅੰਦਰ ਗੱਦਾਰੀ ਸੀ, ਮੇਰੇ ਅੰਦਰ ਕਿਸੇ ਚੀਜ਼ ਦਾ ਲਾਲਚ ਸੀ, ਮੇਰੇ ਅੰਦਰ ਕਿਸੇ ਚੀਜ਼ ਦਾ ਡਰ ਸੀ। ਹੁਣ ਇੰਨਾ ਕੁਛ ਜਦ ਹੋ ਗਿਆ, ਸਾਰਾ ਕੁਛ, ਲਾਸ਼ਾਂ ਪਈਆਂ ਨੇ ਸੜਕ ਉੱਤੇ, ਅਸੀਂ ਕੇਂਦਰ ਦੇ ਨਾਲ ਮੁਆਵਜ਼ੇ ਦੀ ਗੱਲ ਕਰਨ ਜਾ ਰਹੇ ਹਾਂ। ਕੇਂਦਰ ਨੇ ਓਬਵੀਅਸ ਹੈ ਕਿ ਸਾਨੂੰ ਮੁਆਵਜ਼ਾ ਦੇਣਾ ਹੀ ਦੇਣਾ ਹੈ ਜੋ ਹੋਇਆ, ਪਰ ਅਗਰ ਅਸੀਂ ਮੁਆਵਜ਼ੇ ਦੀ ਹੀ ਗੱਲ ਕਰ ਰਹੇ ਹਾਂ ਉਹਨਾਂ ਸ਼ਹੀਦਾਂ ਬਾਰੇ, ਤਾਂ ਨਵਰੀਤ ਵੀ ਤਾਂ ਸ਼ਹੀਦ ਹੋਇਆ ਸੀ, ਉਹਦੇ ਵੀ ਤਾਂ ਗੋਲੀ ਲੱਗੀ ਸੀ, ਫਿਰ ਮੁਆਵਜ਼ਾ ਉਹਨੂੰ ਵੀ ਮਿਲਣਾ ਚਾਹੀਦਾ ਹੈ। 700 ਤੋਂ ਵੱਧ ਕਿਸਾਨ ਮੋਰਚਿਆਂ ਉੱਤੇ ਸ਼ਹੀਦ ਹੋਏ ਨੇ, ਉਹਨਾਂ ਵਾਸਤੇ ਕਿਉਂ ਨਹੀਂ ਸੋਚਿਆ ਗਿਆ? ਉਹਨਾਂ ਵਾਸਤੇ ਮੰਗਾਂ ਕਿਉਂ ਨਹੀਂ ਕੀਤੀਆਂ ਗਈਆਂ? ਇਹਨਾਂ ਸਭ ਨੂੰ ਇੱਕ ਪਾਸੇ ਰੱਖ ਦਿੰਦੇ ਆ, ਕਿਉਂਕਿ ਅਗਰ ਇਹ ਗੱਲ ਦੇ ਉੱਤੇ ਕਰਾਂਗੇ ਤਾਂ ਕਹਿਣਗੇ ਕਿ ਅਸੀਂ ਗੱਲ ਕਿਸੇ ਹੋਰ ਪਾਸੇ ਲੈ ਕੇ ਜਾ ਰਹੇ ਹਾਂ, ਜਦਕਿ ਇਹ ਲੀਡਰਾਂ ਦਾ ਗੱਲ ਕਰਨ ਦਾ ਫਰਜ਼ ਬਣਦਾ ਹੈ, ਚਾਹੇ 32 ਜਥੇਬੰਦੀਆਂ ਨੇ, ਚਾਹੇ ਹਰਿਆਣੇ ਦੀਆਂ ਜਥੇਬੰਦੀਆਂ ਨੇ। ਕੋਈ ਵੀ ਫੈਸਲਾ ਜੀ ਐਡਾ ਵੱਡਾ 40 ਜਥੇਬੰਦੀਆਂ ਇਕੱਠੀਆਂ ਹੋ ਕੇ ਕਰਦੀਆਂ, ਤੇ ਫਿਰ ਇਹ ਟਕੈਤ ਕੌਣ ਹੁੰਦਾ? ਕੱਲਾ ਤੇ ਉਹ ਰੁਲਦਾ ਸਿੰਘ ਕੌਣ ਹੁੰਦਾ? ਕੱਲੇ ਦੋ ਬਹਿ ਕੇ ਕਰਨ ਵਾਲੇ। ਇਹ ਐਡਾ ਵੱਡਾ ਮਸਲਾ ਤੁਸੀਂ 2 ਘੰਟਿਆਂ 'ਚ ਸਾਰਾ ਕੁਝ करके वो जी हमको बोल दिया, अगर हमारी बात नहीं मानेंगे तो 8 तारीख को भोग के ऊपर हम बहुत बड़ा एक एक्शन प्लान देंगे। उससे तेरे बकवास तो ही पता लग रहा तू वेख्या होया, ਉਹਦੀ ਲੈਂਗੁਏਜ ਤੋਂ, ਉਹਦਾ ਵੇ ਆਫ ਟਾਕਿੰਗ ਤੋਂ ਪਤਾ ਲੱਗ ਗਿਆ ਕਿ ਵਿਕਾਊ ਮਾਲ ਹੈ। ਇਹ ਵਿਕਿਆ ਹੋਇਆ। 2 ਘੰਟਿਆਂ 'ਚ ਮੁਆਵਜ਼ਾ ਦੇਤਾ। ਮੁਆਵਜ਼ਾ ਤੂੰ ਆਪਦਾ ਮੁੰਡਾ ਮਰਵਾ ਕੇ ਲੈ ਲੈ ਯਾਰ, ਮੁਆਵਜ਼ਾ ਤੇਰੇ ਮੁੰਡੇ ਹੈ ਨਾ, ਮਰਵਾ ਲਾ ਇੱਕ, ਤੇ ਤੈਨੂੰ ਕਰੋੜ ਰੁਪਏ ਮੁਆਵਜ਼ਾ ਦੇ ਦਿੰਦੇ ਆ, ਫਿਰ ਤੈਨੂੰ ਪਤਾ ਲੱਗੂ ਕਿਵੇਂ ਸਮਝੌਤੇ ਕਰੀਦੇ ਆ। ਦੂਜਿਆਂ ਦੇ ਬੱਚਿਆਂ ਨੂੰ ਤੂੰ ਬੱਚਿਆਂ ਨਹੀਂ ਸਮਝਦਾ, ਬੜਾ ਤੂੰ ਵੱਡਾ ਕਿਸਾਨ ਲੀਡਰ ਬਣ ਗਿਆ। ਇਹਨਾਂ ਹੀ ਤੈਨੂੰ ਬਚਾਇਆ ਸੀ। ਇਹ ਜਿਹੜੇ ਉੱਥੇ ਰੋਂਦੇ ਗਏ ਨੇ ਨਾ ਟਕੈਤ, ਤੈਨੂੰ ਬਾਰਡਰ ਤੇ ਇਹਨਾਂ ਨੇ ਹੀ ਬਚਾਇਆ ਸੀ। ਜਦੋਂ MLA 200 ਗੁੰਡੇ ਲੈ ਕੇ ਆ ਗਿਆ ਸੀ, ਇਹੀ ਮੁੰਡੇ ਸੀ ਉੱਥੇ, ਇਹੀ ਬੰਦੇ ਸੀ। ਬਿਲਕੁਲ, ਤੂੰ ਇਹਨਾਂ ਦੀ ਬਦੌਲਤ ਹੀ ਹੀਰੋ ਬਣਿਆ, ਤੇ ਤੂੰ ਵੇਚਣ ਲੱਗਿਆ 2 ਮਿੰਟ ਨਹੀਂ ਲਾਏ ਉਹਨਾਂ ਨੂੰ। ਇਹੋ ਜਿਹੇ ਲੀਡਰਾਂ ਤੋਂ ਤੁਸੀਂ ਕੀ ਭਾਲਦੇ? ਤੁਹਾਡੇ ਕਾਨੂੰਨ ਵਾਪਸ ਹੋ ਜਾਣਗੇ ਕੀ ਕੈਪਟਨ ਸਾਹਿਬ? ਜਦੋਂ ਲਾਸ਼ਾਂ ਰੱਖ ਕੇ ਪਰਿਵਾਰ ਵਿਰਲਾਪ ਕਰ ਰਹੇ ਸੀ, ਸੜਕ ਉੱਤੇ ਰੋਸ਼ ਕਰ ਰਹੇ ਸੀ, ਜਿੱਦਣ ਇਹ ਸਾਰੀ, ਮੈਂ ਤਾਂ ਇਹੀ ਕਹਾਂਗਾ, ਡੀਲ ਕੀਤੀ ਗਈ ਹੈ ਪਰਿਵਾਰਾਂ ਦੇ ਨਾਲ, ਲਾਸ਼ਾਂ ਦਾ ਸੌਦਾ ਜਿੱਦਣ ਹੋਇਆ ਹੈ, ਉਸ ਦਿਨ ਅਗਰ ਸਾਡੇ ਕਿਸਾਨ ਆਗੂ ਅੜ ਜਾਂਦੇ ਕਿ ਅਸੀਂ ਸੰਸਕਾਰ ਉਦੋਂ ਤੱਕ ਨਹੀਂ ਕਰਦੇ ਜਦੋਂ ਤੱਕ ਹੁਣ ਤੁਸੀਂ ਇਹ 3 ਕਾਲੇ ਕਾਨੂੰਨ ਰੱਦ ਨਹੀਂ ਕਰਦੇ, ਕਿਉਂਕਿ ਪੂਰੇ ਭਾਰਤ ਤੋਂ ਵੱਡੇ ਪੱਧਰ ਦੇ ਉੱਤੇ ਕਿਸਾਨ, ਆਮ ਲੋਕ, ਮਜ਼ਦੂਰ, ਘਰੋਂ ਬੀਬੀਆਂ ਤੁਰ ਪਈਆਂ ਸੀ ਕਿ ਸਾਡਾ ਆਪਣਾ ਬੱਚਾ ਮਰਿਆ ਆ, ਸਾਡਾ ਆਪਣਾ ਪੁੱਤ ਮਰਿਆ ਆ, ਸਾਡਾ ਆਪਣਾ ਦਾਦਾ ਮਰਿਆ ਆ, ਬਾਬਾ ਮਰਿਆ ਆ, ਅਸੀਂ ਉੱਥੇ ਪਹੁੰਚਣਾ ਆ।
ਜਿੱਦਾਂ ਦਿੱਲੀ ਦੀਆਂ ਬਰੂਹਾਂ ਤੇ ਇਕੱਠ ਹੋ ਰਹੇ ਸੀ ਉੱਦਾਂ ਉਹ ਤੋਂ ਕਿਤੇ ਜ਼ਿਆਦਾ ਵੱਡਾ ਇਕੱਠ ਉੱਥੇ ਹੋ ਜਾਣਾ ਸੀ। ਕੀ ਬਿੱਲ ਰੱਦ ਨਹੀਂ ਸੀ ਹੋ ਸਕਦੇ ਜੇ ਸਾਡੇ ਸਾਰੇ ਦੇ ਸਾਰੇ ਕਿਸਾਨ ਆਗੂ ਉੱਥੇ ਅੜ ਜਾਂਦੇ, ਖੜ ਜਾਂਦੇ ਕਿ ਅਸੀਂ ਲਾਸ਼ਾਂ ਨਹੀਂ ਚੱਕਣੀਆਂ, ਅਸੀਂ ਸ਼ਹੀਦਾਂ ਦਾ ਸੰਸਕਾਰ ਉਦੋਂ ਤੱਕ ਨਹੀਂ ਕਰਨਾ ਜਦੋਂ ਤੱਕ ਹੁਣ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨਦੇ। ਮੈਨੂੰ ਇੱਕੋ ਹੀ ਟਕੈਤ ਨੂੰ ਮੈਂ ਪੁੱਛਣਾ ਚਾਹਣਾ ਵੀ ਜੇ 10 ਦਿਨ ਤੂੰ ਅੜਿਆ ਰਹਿੰਦਾ ਤੇ ਫਿਰ ਮੁਆਵਜ਼ਾ ਨਾ ਮਿਲਦਾ, ਫਿਰ ਨੌਕਰੀਆਂ ਨਾ ਮਿਲਦੀਆਂ। ਤੂੰ 2 ਘੰਟਿਆਂ ਦੇ ਵਿੱਚ ਤੂੰ ਇਕੱਲਾ ਫੈਸਲਾ ਕਰਨ ਵਾਲਾ ਕੌਣ ਹੋਣਾ ਹੈ? ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਮਾਮਲਾ ਹੈ, ਸਾਰੀਆਂ 400 ਜਥੇਬੰਦੀਆਂ ਨੇ ਸਾਰੇ ਹਿੰਦੁਸਤਾਨ ਦੀਆਂ। ਤੂੰ ਇਕੱਲਾ ਬੰਦਾ ਉੱਥੇ ਫੈਸਲਾ ਕਰਨ ਵਾਲਾ, ਤੈਨੂੰ ਪਾਵਰ ਕਿਹਨੇ ਦੇਤੀ? ਉਹ ਜੀ ਲਾਸ਼ें ਖਰਾਬ ਹੋ ਜਾएंगी, ਉਹ ਜੀ ਫਲਾਣਾ ਹੋ ਜਾਏਗਾ। ਮਤਲਬ ਦਾ ਜਿਸ ਲੈਂਗੁਏਜ ਨਾਲ ਤੇ ਜਿਸ ਉਹਦਾ ਫੇਸ ਦੇਖਣ ਵਾਲਾ ਹੈ, ਤੁਸੀਂ ਹੁਣ ਦੇਖ ਲਓ ਦੁਬਾਰਾ ਰਿਵਰਸ ਕਰਕੇ, ਸ਼ਰੇਆਮ ਪਤਾ ਲੱਗਦਾ ਕਿ ਵਿਕ ਚੁੱਕਿਆ ਬੰਦਾ। ਨਹੀਂ, ਲਾਸ਼ਾਂ ਖਰਾਬ ਹੋਣ ਦਾ ਤਾਂ ਕੋਈ ਮਤਲਬ ਨਹੀਂ ਬਣਦਾ। ਸਾਡੇ ਕੋਲ ਫ੍ਰੀਜ਼ਰਸ ਪਏ ਨੇ, ਬਹੁਤ ਸਾਰੇ ਕੈਮੀਕਲਸ ਅਜਿਹੇ ਆਏ ਨੇ ਜਿਹੜੇ ਬਾਡੀ ਨੂੰ ਖਰਾਬ ਹੀ ਨਹੀਂ ਹੋਣ ਦੇ, ਉਹ ਹੋਣਦੇ ਨਹੀਂ ਹੈਗੇ, ਉਹ ਤਾਂ ਸਦੀਆਂ ਪਹਿਲਾਂ ਦੇ ਨੇ। ਤੇ ਇੰਨੀ ਜਲਦੀ ਕੀ ਸੀ? ਕੋਈ ਮਨਾ ਤਾਂ ਲਵੋ। ਤੁਹਾਡਾ ਮੁਆਵਜ਼ਾ ਲੈਣਾ ਤੁਹਾਡਾ ਮੁੱਦਾ ਨਹੀਂ ਹੈ, ਜਸਟਿਸ ਲੈਣਾ ਸਾਡਾ 3 ਕਾਨੂੰਨ ਹੈ। ਤੁਹਾਡੇ ਮੁੱਦੇ 3 ਕਾਨੂੰਨ ਹੈ, ਤੁਹਾਡਾ ਇਨਸਾਫ ਲੈਣਾ ਤੁਹਾਡਾ ਕਾਨੂੰਨ ਹੈ। ਬਿਲਕੁਲ। ਮੁਆਵਜ਼ਾ ਟਕੈਤ ਸਾਹਿਬ ਸਾਨੂੰ ਨਹੀਂ ਚਾਹੀਦਾ। ਤੁਸੀਂ ਪਹਿਲਾਂ ਉਹਨੂੰ ਅਰੈਸਟ ਕਰਵਾਓ, ਉਹਦਾ ਮਿਨਿਸਟਰ ਉਹਦੇ ਪਿਓ ਨੂੰ ਦੇਖੋ। 2 ਦਿਨ ਪਹਿਲਾਂ ਉਹ ਬੋਲ ਰਿਹਾ अजय मिश्रा, हाँ ये मिश्रा बोल रहा है, 2 दिन पहला वीडियो आ रही है कि मेरे को एमपी और ये मंत्री ना समझना, इसके पहले मैं क्या हूँ जाके सुन लो लोगों से भी मैं 1 नंबर का गुंडा हाँ इस एरिए का, मेरे तो बिना इतने पता नहीं हिलता। सूत्रों तो यही पता लग्या कि उन्हें चकवा चुवा के बड़े बंदे मरवाए ने, अपनी जमीन दे विच गड़वाए ने, गड़वाए होने जिस तरह वो बोल रहा सी ये गड़वाए होणगे। लेकिन उस दे बावजूद ਜਿਹੜੇ ਸਾਡੇ ਜਦੋਂ ਐਡਾ ਵੱਡਾ ਤੁਹਾਡਾ ਉੱਥੇ ਐਡਾ ਵੱਡਾ ਤੁਹਾਡਾ ਮੁੱਦਾ ਹੈ, ਐਡਾ ਵੱਡਾ ਤੁਹਾਡਾ ਇਹ, ਤੇ ਤੁਸੀਂ ਉੱਥੇ ਸਿਰਫ 41,000 45,000 ਦੇ ਪਿੱਛੇ ਸਾਰਾ ਮੋਰਚਾ ਹੀ ਵੇਚਤਾ। 45 ਲੱਖ ਪਿੱਛੇ ਸਾਰਾ ਮੋਰਚਾ ਹੀ ਵੇਚਤਾ। ਬਿਲਕੁਲ। ਔਰ ਤੂੰ 10 ਦਿਨ ਅਗਰ ਤਾਂ ਮੈਂ ਤੈਨੂੰ ਕਰੋੜ ਲੈ ਕੇ ਦਿੰਦਾ, ਇਹੀ ਸਰਕਾਰ ਤੈਨੂੰ ਕਰੋੜ ਦਿੰਦੀ, 2 ਕਰੋੜ ਦਿੰਦੀ। ਆਪ ਪਤਾ ਨਹੀਂ ਕਿੰਨੇ ਖਾ ਗਿਆ ਵਿੱਚੋਂ, ਸਮਝੌਤਾ ਕਰਾਉਣ 'ਚ ਖਾ ਗਿਆ ਹੋਣਾ। ਕੀ ਲੈ ਗਿਆ ਵਿੱਚੋਂ? ਸ਼ਕਲ ਦੱਸ ਰਹੀ ਹੁੰਦੀ, ਸ਼ਕਲ ਤੇ 12 ਵਜੇ ਹੋਏ ਨੇ, ਸ਼ਕਲ ਦੱਸ ਰਹੀ ਹੈ ਟਕੈਤ ਦੀ ਕਿ ਬਦਮਾਸ਼ੀ ਕੀਤੀ ਇਹਨੇ, ਵੇਚਿਆ ਇਹਨੇ, ਕਿਸਾਨਾਂ ਨੂੰ ਵੇਚਿਆ, ਕਿਸਾਨ ਦੇ ਮੋਰਚੇ ਨੂੰ ਵੇਚਿਆ। ਮੈਂ ਸ਼ਰੇਆਮ ਕਹਿੰਦਾ। ਅਸੀਂ ਕਦੀ ਨਹੀਂ ਸੀ ਸੋਚਿਆ ਕਿ ਇਦਾਂ ਦੇ ਇਲਜ਼ਾਮ ਕਦੇ ਵੀ ਰਾਕੇਸ਼ ਟਕੈਤ ਉੱਤੇ ਕੋਈ ਵੀ ਲਗਾਏਗਾ। ਹਾਲਾਂਕਿ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ, ਇਹ ਕੈਪਟਨ ਸਾਹਿਬ ਦੀ ਆਪਣੀ ਨਿੱਜੀ ਰਾਏ ਹੈ, ਜੋ ਇਹਨਾਂ ਨੂੰ ਮਹਿਸੂਸ ਹੋ ਰਿਹਾ ਹੈ, ਜੋ ਇਹਨਾਂ ਨੂੰ ਦਿਖ ਰਿਹਾ ਹੈ, ਜਾਂ ਇਹਨਾਂ ਕੋਲ ਸੂਤਰਾਂ ਦੇ ਹਵਾਲੇ ਤੋਂ ਜਿੱਥੋਂ ਪ੍ਰਤੱਖ ਖਬਰਾਂ ਪਹੁੰਚਦੀਆਂ ਨੇ ਉਸ ਨੂੰ ਇਹ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ। ਪਰ ਹਾਂ, ਜੋ ਗੱਲਾਂ ਕੈਪਟਨ ਸਾਹਿਬ ਨੇ ਕਹੀਆਂ ਉਹ ਇੱਕ ਗੱਲ ਬੜੀ ਸਟੀਕ ਜੀ ਜਾਪਦੀ ਹੈ। ਹਰ ਚੀਜ਼ ਬਿਲਕੁਲ ਪ੍ਰਤੱਖ ਤੇ ਸਾਫ਼ ਦਿਖ ਰਹੀ ਹੈ ਕਿ ਕੀ ਹੋਇਆ, ਕਿੱਦਾਂ ਹੋਇਆ ਤੇ ਕਿਉਂ ਹੋਇਆ। ਜੇ ਕੇਂਦਰ ਵੱਲੋਂ ਹੁਕਮ ਹੋਏ ਨੇ ਕਿਸਾਨ ਆਗੂਆਂ ਨੂੰ ਤਾਂ ਹੀ ਚੁੱਪਚਾਪ ਸਭ ਕੁਝ ਨਿਬੜ ਗਿਆ, ਨਹੀਂ ਤਾਂ ਇਹ ਇੱਕ ਇਹਨਾਂ ਕੋਲ ਜਿੱਦਾਂ 26 ਜਨਵਰੀ ਤੋਂ ਪਹਿਲਾਂ ਬਹੁਤ ਪ੍ਰੈਸ਼ਰ ਬਣਿਆ ਹੋਇਆ ਸੀਗਾ ਕੇਂਦਰ ਦੇ ਉੱਤੇ। ਉਹ ਚਾਹੁੰਦੇ ਸੀ ਕਿ ਇਸ ਮੋਰਚੇ ਨੂੰ ਕਿਸੇ ਤਰੀਕੇ ਨਾਲ ਢਾਹ ਲੱਗੇ, ਕਿਉਂਕਿ ਉਦੋਂ ਵੀ ਮੌਕਾ ਸੀ ਜੇ ਕਿਸਾਨ ਜਥੇਬੰਦੀਆਂ ਨੌਜਵਾਨਾਂ ਨੂੰ ਥਾਪੜਾ ਦੇ ਕੇ ਆਪਣੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੈ ਕੇ ਜਾਂਦੀਆਂ ਅੱਗੇ, ਤਾਂ ਸ਼ਾਇਦ ਕਦੇ ਵੀ ਪੰਗਾ ਕੋਈ ਪੈਣਾ ਹੀ ਨਹੀਂ ਸੀ। ਨਾ ਲਾਲ ਕਿਲੇ ਵਾਲਾ ਸਿਲਸਿਲਾ ਹੋਣਾ ਸੀ ਤੇ ਨਾ ਆਊਟਰ ਜਿਹੜੀ ਰਿੰਗ ਰੋਡ ਵਾਲਾ ਮਾਮਲਾ ਸੀਗਾ ਉਹਦਾ ਕੋਈ ਪੰਗਾ ਪੈਣਾ ਸੀ। ਇਹ ਸਾਰੇ ਪੰਗੇ ਅਸੀਂ ਆਪ ਪਾਏ ਨੇ, ਕਿਉਂਕਿ ਜਾਬਤਾ ਅਸੀਂ ਆਪ ਨਹੀਂ ਰੱਖਿਆ। ਪਰ ਹੁਣ ਜੋ ਇਲਜ਼ਾਮ ਟਕੈਤ ਉੱਤੇ ਜਾਂ ਰੁਲਦੂ ਸਿੰਘ ਮਾਨਸਾ ਉੱਤੇ ਲੱਗ ਰਹੇ ਨੇ, ਇਹਦੇ ਜਵਾਬ ਦੇਣੇ ਤੁਹਾਡੇ ਨੂੰ ਬਣਦੇ ਨੇ ਕਿ ਤੁਸੀਂ ਇਸ ਚੀਜ਼ ਦੀ ਐਕਸਪਲੇਨੇਸ਼ਨ ਸੰਗਤ ਨੂੰ ਦਵੋ ਕਿ ਅਸੀਂ ਆਪਣੇ ਪੁੱਤ ਦਾ, ਜੇ ਸਾਡਾ ਪੁੱਤ ਮਰਿਆ ਹੁੰਦਾ, ਚਾਹੇ ਰੁਲਦੂ ਸਿੰਘ ਮਾਨਸਾ ਚਾਹੇ ਟਕੈਤ ਨੇ, ਅਗਰ ਉਹਨਾਂ ਦਾ ਆਪਣਾ ਪੁੱਤ ਮਰਿਆ ਹੁੰਦਾ, ਆਪਣੇ ਘਰ ਦਾ ਕੋਈ ਜੀ ਮਰਿਆ ਹੁੰਦਾ, ਤਾਂ 45 ਲੱਖ 'ਚ ਤੁਸੀਂ ਮੁਆਵਜ਼ਾ ਲੈ ਕੇ ਸੌਦਾ ਕਰ ਦਿੰਦੇ? ਜਾਂ ਦੂਜਿਆਂ ਦੇ ਧੀਆਂ ਪੁੱਤ ਜੇ ਮਰੇ ਨੇ, ਬਾਪੂ ਮਰੇ ਨੇ, ਉਹਨਾਂ ਦੇ ਸੌਦੇ ਕਰਨੇ ਤੁਹਾਨੂੰ ਆਸਾਨ ਲੱਗਦੇ ਨੇ? ਇਹ ਜ਼ਰੂਰ ਆਪਣੇ ਜ਼ਹਿਨ ਤੋਂ ਪੁੱਛਣਾ ਤੇ ਸੋਸ਼ਲ ਮੀਡੀਆ ਉੱਤੇ ਆਪਣੇ ਕਿਸੇ ਪਲੇਟਫਾਰਮ ਤੋਂ ਜਵਾਬ ਜ਼ਰੂਰ ਦੇਣਾ, ਕਿਉਂਕਿ ਜੇ ਮੇਰੇ ਅੰਦਰ ਇਹ ਸਵਾਲ ਨੇ, ਮੈਂ ਤੁਹਾਡੇ ਤੋਂ ਇਸ ਚੀਜ਼ ਦਾ ਜਵਾਬ ਚਾਹੁੰਦਾ, ਤਾਂ ਲੱਖਾਂ ਕਰੋੜਾਂ ਸੰਗਤ ਵੀ ਹੋਏਗੀ ਜਿਹੜੀ ਇਸ ਚੀਜ਼ ਦਾ ਜਵਾਬ ਚਾਹੁੰਦੀ ਹੋਵੇਗੀ। ਤੇ ਨਾਲ ਹੀ ਇੱਕ ਹੋਰ ਸਵਾਲ, ਕਿ ਇਸ ਮੌਕੇ ਦੇ ਉੱਤੇ ਸਾਡਾ ਫਰਜ਼ ਨਹੀਂ ਸੀ ਬਣਦਾ ਜਿਹੜਾ 3 ਕਾਲੇ ਕੰਨ ਉਹਨਾਂ ਨੂੰ ਲੈ ਕੇ 10-11 ਮਹੀਨੇ ਤੋਂ ਅਸੀਂ ਦਿੱਲੀ ਦੀਆਂ ਬਰੂਹਾਂ ਉੱਤੇ ਮਰ ਰਹੇ ਹਾਂ, ਧੁੱਪਾਂ 'ਚ ਸੜ ਰਹੇ ਹਾਂ, ਠੰਡਾਂ 'ਚ ਠਰ ਰਹੇ ਹਾਂ,
ਉਹਨਾਂ 3 ਕਾਲੇ ਕਾਨੂੰਨਾਂ ਦੀ ਗੱਲ ਕੀਤੀ ਜਾਂਦੀ। ਕਿਉਂ ਕਿਸੇ ਵੀ ਆਗੂ ਨੇ 3 ਕਾਲੇ ਕਾਨੂੰਨ ਰੱਦ ਕਰਨ ਦੀ ਗੱਲ ਇਸ ਸਾਰੇ ਮਸਲੇ ਦੇ ਵਿੱਚ ਨਹੀਂ ਕੀਤੀ? ਮਤਲਬ ਕਰਨੀ ਤਾਂ ਬਹੁਤ ਦੂਰ ਦੀ ਗੱਲ, ਚਰਚਾ ਵੀ ਨਹੀਂ ਹੋਈ ਕਿਤੇ ਕਿ ਕਿਸੇ ਨੇ ਕਿਸੇ ਵੀ ਥਾਂ ਦੇ ਉੱਤੇ ਚਰਚਾ ਵੀ ਕੀਤੀ ਹੋਵੇ ਕਿ ਪਹਿਲਾਂ 3 ਕਾਲੇ ਕਾਨੂੰਨ ਰੱਦ ਕਰੋ ਜੀ, ਉਸ ਤੋਂ ਬਾਅਦ ਅਸੀਂ ਮੁਆਵਜ਼ੇ ਦੀ ਗੱਲ ਕਰਾਂਗੇ। ਪਹਿਲਾਂ 3 ਕਾਲੇ ਕਾਨੂੰਨ ਰੱਦ ਕਰੋ, ਟੈਣੀ ਦੇ ਮੁੰਡੇ ਨੂੰ ਚੱਕ ਕੇ ਜੇਲ੍ਹ 'ਚ ਸੁੱਟੋ, ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਾਂਗੇ। ਬਿਲਕੁਲ, ਉਸ ਤੋਂ ਬਾਅਦ ਅਸੀਂ ਸੰਸਕਾਰ ਕਰਾਂਗੇ। ਇਹੋ ਜੀ ਗੱਲ ਕਿਸੇ ਦੇ ਜ਼ਿਹਨ 'ਚ ਕਿਉਂ ਨਹੀਂ ਆਈ? ਇੰਨੇ ਬੇਵਕੂਫ ਤਾਂ ਮੈਨੂੰ ਨਹੀਂ ਲੱਗਦਾ ਸਾਡੇ ਆਗੂ ਹੋ ਸਕਦੇ ਨੇ। ਹੁਣ ਤੁਸੀਂ ਸਾਰਾ ਸਿਨੈਰੀਓ ਦੇਖ ਲਿਆ। ਹੁਣ ਇਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਚੀਜ਼ਾਂ ਸਿਰਫ ਹਵਾ ਦੇ ਵਿੱਚ ਹੋਈਆਂ ਨੇ, 45 ਲੱਖ ਦਾ ਤੁਹਾਨੂੰ ਮੁਆਵਜ਼ਾ ਦੇ ਦਿੱਤਾ ਜਾਏਗਾ, ਤੁਹਾਨੂੰ ਇੱਕ ਸਰਕਾਰੀ ਨੌਕਰੀ ਦੇ ਦਿੱਤੀ ਜਾਏਗੀ, ਉਹਨਾਂ ਪਰਿਵਾਰਾਂ ਤੱਕ ਕਦੋਂ ਤੱਕ ਇਹ ਚੀਜ਼ਾਂ ਪਹੁੰਚ ਜਾਣਗੀਆਂ, ਮੁਹੱਈਆ ਹੋ ਜਾਣਗੀਆਂ? ਉਹ ਕਹਿੰਦੇ ਜੀ ਅਸੀਂ ਉਦੋਂ ਤੱਕ ਨਹੀਂ ਉਠਾਂਗੇ ਜਦ ਤੱਕ ਇਹਨਾਂ ਦੇ ਖਾਤੇ 'ਚ ਪੈਸੇ ਨਹੀਂ ਪਹੁੰਚ ਜਾਂਦੇ। ਤੇ ਉਹ ਪੈਸੇ ਪਹੁੰਚ ਗਏ ਜੀ। ਕਹਿੰਦੇ ਜਿਵੇਂ ਉਹ ਅਮਿਤਾਭ ਬੱਚਨ ਨਹੀਂ ਬਟਨ ਦਬਾਉਂਦਾ, ਕੌਣ ਬਣਿਆ ਕਰੋੜਪਤੀ, ਕਰੋੜਪਤੀ, ਯਾ ਲੋ ਤੇਰੇ ਖਾਤੇ में 12.5 ਲੱਖ ਚਲਾ ਗਿਆ। ਤੇ ਉਹ ਕਹਿੰਦੇ ਜੋ ਚਲੇ ਵੀ ਗਏ ਤੇ ਇਸ ਕਰਕੇ ਹੁਣ ਸੰਸਕਾਰ ਕਰ ਦਿਓ ਜੀ, ਬਸ ਆਪਣੀਆਂ ਮੰਗਾਂ ਮੰਨੀਆਂ ਗਈਆਂ। ਲੁੱਕ ਐਟ them, ਤੁਸੀਂ ਬੈਠੇ ਕਾਹਦੇ ਵਾਸਤੇ ਜੇ? ਮੁੱਦਾ ਕੀ ਹੈ, ਮਸਲਾ ਕੀ ਹੈ? ਮਸਲਾ ਖਾਲੀ ਮਰਡਰ ਦਾ, ਬੰਦੇ ਮਰਨ ਦਾ ਨਹੀਂ ਹੈ, ਮੈਸਾਕਰ ਕੀਤਾ, ਮੈਸਾਕਰ। ਨਹੀਂ, ਮੈਂ ਇਹ ਕਹਿ ਰਿਹਾ ਉਹ ਤਾਂ ਤੁਹਾਡੀ ਗੱਲ ਸਹੀ ਹੈ ਹਰ ਥਾਂ ਦੇ ਉੱਤੇ, ਪਰ ਜਿਹੜੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਆ ਉਹ ਪਰਿਵਾਰਾਂ ਤੱਕ ਤੁਹਾਨੂੰ ਲੱਗਦਾ ਪਹੁੰਚ ਜਾਣਗੇ? 45 ਲੱਖ ਰੁਪਏ ਦੇਣਗੇ? ਕਹਿੰਦੇ ਅਸੀਂ ਪਵਾ ਵੀ ਦਿੱਤੇ ਐਜ਼ ਪਰ ਰੁਲਦਾ ਸਿੰਘ ਬਿਆਨ, ਵੀ ਅਸੀਂ ਸੰਸਕਾਰ ਹੀ ਤਾਂ ਕਰਾਂਗੇ। ਇਸ ਚੀਜ਼ ਦੀ ਅਸੀਂ ਕਨਫਰਮੇਸ਼ਨ ਨਹੀਂ ਕਰਦੇ ਕਿਉਂਕਿ ਸਾਡੇ ਤੱਕ ਇਹ ਹਲੇ ਤੱਕ ਕਨਫਰਮ ਇਨਫੋਰਮੇਸ਼ਨ ਨਹੀਂ ਹੈ ਕਿ 45 ਲੱਖ ਪੂਰਾ ਪੀੜਤ ਪਰਿਵਾਰਾਂ ਦੇ ਖਾਤੇ 'ਚ ਪਾ ਦਿੱਤਾ ਗਿਆ ਤੇ ਉਹਨਾਂ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਗਈ ਹੈ। ਤੇ ਫਿਰ ਵੀ ਅਗਰ ਇਹ ਕਹਿ ਰਹੇ ਨੇ ਚੰਨ ਸਿੰਘ ਤਾਂ ਅਸੀਂ, ਮੈਂ ਨਹੀਂ ਕਹਿ ਰਿਹਾ, ਰੁਲਦਾ ਸਿੰਘ ਕਹਿ ਰਿਹਾ। ਇਹ ਤਾਂ ਉਹੀ ਦੱਸ ਸਕਦੇ ਨੇ ਮਿਲਿਆ ਕਿ ਨਹੀਂ। ਰੁਲਦਾ ਸਿੰਘ ਕਹਿ ਰਿਹਾ ਕਿ ਤਾਂ ਅਸੀਂ ਸੰਸਕਾਰ ਕਰਾਂਗੇ। ਅਸੀਂ ਮੇਡ ਇਟ ਸ਼ੋਰ ਕਰ ਲਓ ਤਾਂ ਕਿਸੇ ਪੱਤਰਕਾਰ ਨਾਲ, ਚੰਨ ਜੀ ਦੱਸਦਾ ਹੈ, ਪੱਤਰਕਾਰ ਨਾਲ ਕਿਸੇ ਨਾਲ ਉਹਦੀ ਹੋ ਰਹੀ ਸੀ, ਕੌਣ, ਮੱਕੜ ਨਾਲ, ਕਿ ਅਸੀਂ ਕਿਹਾ ਜੀ ਪਹਿਲਾਂ ਤੁਸੀਂ ਪੈਸੇ ਪਵਾਓ ਤਾਂ ਅਸੀਂ ਸੰਸਕਾਰ ਕਰਾਂਗੇ। ਤੇ ਇਹਦਾ ਕੀ ਮਤਲਬ ਹੈ? ਬਿਲਕੁਲ ਬਿਲਕੁਲ, ਉਹ ਤਾਂ ਕਹਿਣ ਦੀਆਂ ਗੱਲਾਂ ਨੇ ਨਾ। ਤੇ ਹੁਣ ਅਗਰ ਅਸੀਂ ਪਰਿਵਾਰਾਂ ਦੀ ਗੱਲ ਕਰੀਏ, ਜਿਹਨਾਂ ਦੇ ਪਰਿਵਾਰਾਂ ਦੇ ਜੀ ਪੂਰੇ ਹੋਏ ਨੇ, ਇੱਕ 17-18 ਸਾਲ ਦਾ ਗੱਭਰੂ ਨੌਜਵਾਨ ਮੁੱਛ ਫੁੱਟ ਮੁੰਡਾ, ਉਹ ਸਾਡਾ ਸਿੰਘ ਵੀ ਇੱਕ ਸ਼ਹੀਦ ਹੋਇਆ। ਉਹਦੇ ਪਰਿਵਾਰ ਨਾਲ ਜਦੋਂ ਗੱਲ ਕੀਤੀ ਗਈ, ਉਸ ਸਿੰਘ ਦੇ ਗੋਲੀਆਂ ਲੱਗੀਆਂ ਸੀ। ਉਹਦੇ ਪਰਿਵਾਰ ਨਾਲ ਜਦੋਂ ਗੱਲ ਹੋਈ ਤਾਂ ਸਾਡੇ ਹੀ ਪੱਤਰਕਾਰ ਜਿਹੜੇ ਉੱਥੇ ਸੀਗੇ ਮੌਜੂਦ, ਉਹਨਾਂ ਨਾਲ ਹੀ ਗੱਲਬਾਤ ਹੋਈ ਤਾਂ ਉਹਨਾਂ ਨੇ ਬੜੇ ਭਰੇ ਮਨ ਨਾਲ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਫਿਰ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ, ਕਹਿੰਦੇ ਅਸੀਂ ਵਿਰੋਧ ਕਿਹਨਾਂ ਦਾ ਕਰੀਏ, ਜਿਹਨਾਂ ਤੋਂ ਅਸੀਂ ਇਨਸਾਫ ਲੈਣਾ, ਜਦ ਉਹੀ ਸਾਡੇ ਵਿਰੋਧ ਦੇ ਵਿੱਚ ਖੜੇ ਨੇ, ਉਹੀ ਕਹਿੰਦੇ ਨੇ ਵੀ ਨਹੀਂ ਕਰੋ, ਚੱਕੋ, ਲੈ ਜਾਓ। ਹੁਣ ਤੁਸੀਂ ਪੋਸਟਮਾਰਟਮ ਕਰਵਾਓ, ਪੋਸਟਮਾਰਟਮ ਦੀ ਰਿਪੋਰਟਾਂ ਦੇ ਵਿੱਚ ਜਦ ਕਿ ਸਾਨੂੰ ਸਾਹਮਣੇ ਦਿਖ ਰਿਹਾ ਹੈ ਕਿ ਗੋਲੀਆਂ ਲੱਗੀਆਂ ਹੋਈਆਂ ਨੇ ਸਰੀਰ ਤੇ, ਪਰ ਪੋਸਟਮਾਰਟਮ ਦੀ ਰਿਪੋਰਟਾਂ ਵਿੱਚ ਦਿਖਾ ਦਿੱਤਾ ਜਾਂਦਾ ਇੱਕ ਕਿੱਲ ਲੱਗੀ ਹੈ ਜੀ, ਬਾਕੀ ਐਕਸੀਡੈਂਟਲ ਡੈਥ ਹੈ। ਹੁਣ ਉੱਥੋਂ ਤੁਸੀਂ ਕੀ ਇਨਸਾਫ ਭਾਲਦੇ ਹੋ? ਇਨਸਾਫ ਲਵੇ ਕੋਈ ਕਿਸ ਤੋਂ? ਇਨਸਾਫ ਜਿਨ੍ਹਾਂ ਨੇ ਲੈ ਕੇ ਦੇਣਾ ਸੀ, ਜਿਹੜੇ ਆਗੂ ਉੱਥੇ ਪਹੁੰਚੇ ਸੀ, ਉਹ ਠਿਕਰਾ ਭਾਂਦੇ ਨੇ ਕਿ ਅਸੀਂ ਪਰਿਵਾਰ ਦੀ ਰਜ਼ਾਮੰਦੀ ਦੇ ਨਾਲ ਸਭ ਕੁਝ ਕੀਤਾ। ਤੇ ਪਰਿਵਾਰ ਵਿਚਾਰਾ ਜਿਹੜਾ ਹੋਸ਼ 'ਚ ਹੀ ਨਹੀਂ ਹੈ, ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਨੇ ਵੀ ਭਾਈ ਸਾਡੇ ਤਾਂ ਕਿਸਾਨ ਆਗੂ ਅੱਗੇ ਲੱਗੇ ਨੇ, ਉਹਨਾਂ ਨੂੰ ਜਿੱਦਾਂ ਚੰਗਾ ਲੱਗਿਆ ਉਹਨਾਂ ਨੇ ਉੱਦਾਂ ਫੈਸਲਾ ਲਿੱਤਾ, ਅਸੀਂ ਉਹਨਾਂ ਦੇ ਨਾਲ। ਹੁਣ ਉਰੇ ਗੱਦਾਰ ਕੌਣ ਹੈ? ਉਰੇ ਖਤਾ ਕਿਹਦੀ ਹੈ? ਖਤਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਹੈ। ਪਰਿਵਾਰ ਵਿਚਾਰੇ ਗਰੀਬ ਪਰਿਵਾਰ ਨੇ, ਡੇਰੀਆਂ 'ਚ ਬੈਠੇ ਨੇ, ਢਾਣੀਆਂ 'ਚ ਬੈਠੇ ਨੇ, ਕੋਈ ਉਹਨਾਂ ਦਾ ਉੱਥੇ ਵਾਲੀ ਵਾਰਸ ਨਹੀਂ ਹੈਗਾ, ਉਹਨਾਂ ਦੀ ਕੋਈ ਸਿਕਿਉਰਿਟੀ ਨਹੀਂ ਹੈਗੀ। ਤੇ ਉਹਨਾਂ ਦਾ ਕਿਹਾ ਵੀ ਜਿਵੇਂ ਲੀਡਰ ਆਮ ਜਿਵੇਂ ਪਿੰਡਾਂ 'ਚ ਹੁੰਦਾ ਜੀ, ਆਹ ਲੀਡਰ ਜਿਹੜੇ ਫੈਸਲਾ ਕਰ ਦੇਣਗੇ, ਤੇ ਲੀਡਰ ਪਹਿਲਾਂ ਹੀ ਵਿਕੇ ਸੀ, ਲੀਡਰਾਂ ਨੂੰ ਪਹਿਲਾਂ ਹੀ ਡਾਇਰੈਕਸ਼ਨਾਂ ਹੋਈਆਂ ਸੀ, ਲੀਡਰਾਂ ਨੇ ਪਹਿਲਾਂ ਹਾਂ ਜੀ ਕਰ ਦਿਆ ਹਮਨੇ ਫੈਸਲਾ, ਇਹ 45 ਲੱਖ ਇੱਕ ਨੌਕਰੀ, ਚਲੋ ਜੀ ਬਸ। ਅਬ ਇਹ ਫਿਰ ਕਿਸੇ ਨੇ ਪੁੱਛਿਆ ਵੀ ਇਹ ਕਿਵੇਂ ਹੋਇਆ ਕੰਮ, ਇਹ ਫੜੇ ਜਾਣਗੇ ਨਹੀਂ ਫੜੇ ਜਾਣਗੇ, ਅਰੈਸਟ ਕਰਵਾਓਗੇ? तो कहता 8 तारीख को जब भोग डलेगा ना, हम इकट्ठा भोग डालेंगे सबका इकट्ठा। फिर एक बड़े एक्शन का 40 की 40 जथेबंदियाँ इकट्ठे होकर एक बड़े एक्शन का ऐलान करेंगे। तो हुण तैनूं किन्ने कहा, हुण तैनूं किन्ने कहा संस्कार असीं आपे कर लांगे ना, साडियां लाशां पईयां रहिंदे ना 5-7 दिन, तो उन्होंने कहो भी पहलां उन्होंने अरैसट करो, उन्होंने डिसमिस करो, तो सारिਆਂ ਨੂੰ बुला 40 ਦੇ 40 ਨੂੰ बुला के इत्थे हुण कित्थे गया वो तुहाडा किहड़ा वो जिहड़ा अपना की नाम केजरीवाल दे नाल सी जिहड़ा वो किसान लीडर बनया जोगिंदर, ओके जोगिंदर यादव, कित्थे गया जोगिंदर यादव? हुण क्यों नहीं बोलता? बड़े लंबे लंबे भाषण करता, बड़े लंबा लंबा टीवी चैनल बोलता, वेर सी तू तो पढ़िया लिखिया है, तू इन्हां नूं गाइड कर लैंदा कि ये काम मत करना।
ਬਰਬਾਦ ਕਰ ਦਿਓਗੇ ਮੋਰਚੇ ਨਹੀਂ ਰਾਜੇਵਾਲ ਹੋ ਗਏ, ਦਰਸ਼ਨ ਜੀ ਹੋ ਗਏ, ਹੋਰ ਦਰਸ਼ਨਵਾਲ ਜੀ ਤਾਂ ਉੱਥੇ ਪਹੁੰਚੇ ਹੀ ਨਹੀਂ। ਮੈਂ ਉਹੀ ਕਹਿ ਰਿਹਾ ਨਹੀਂ ਪਹੁੰਚੇ, ਹੋਰ ਗੱਲ ਹੈ। ਛੋਟਾ ਵੇਟੇ ਟਕੈਤ ਛੋਟਾ ਵੇਟੇ 2 ਦਿਨ ਹੋਰ ਲੱਗ ਜਾਂਦੇ, 3 ਦਿਨ ਹੋਰ ਲੱਗ ਜਾਂਦੇ, ਜੁਆਇੰਟ ਫੈਸਲਾ ਲੈਂਦੇ ਨਾ। ਬਿਲਕੁਲ ਇਹਨਾਂ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਚਾਹੀਦਾ ਸੀ ਕਿ ਉਹਨਾਂ ਨੂੰ ਰੋਕਿਆ ਜਾਂਦਾ, ਉਹਨਾਂ ਨੂੰ ਰੋਕ ਕੇ ਕਿਹਾ ਜਾਂਦਾ ਵੀ ਅਸੀਂ ਹਲੇ ਸੰਸਕਾਰ ਨਹੀਂ ਕਰਨਾ ਜਦੋਂ ਤੱਕ ਸਾਰੀਆਂ ਜਥੇਬੰਦੀਆਂ ਦੇ ਆਗੂ ਇੱਥੇ ਨਹੀਂ ਪਹੁੰਚਦੇ। ਪਰ ਅਜਿਹੀ ਕੀ ਕਾਹਲੀ ਪਈ ਹੋਈ ਸੀ ਕਿ ਫਟਾਫਟ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ, ਬਾਹਰ ਆ ਕੇ ਭੱਜ ਦੌੜ ਮਚਾ ਦਿੱਤੀ ਗਈ ਕਿ ਫਟਾਫਟ ਡੈੱਡ ਬੋਡੀਆਂ ਚੱਕੋ ਤੇ ਨਿਕਲੋ, ਜਦਕਿ ਇਹ ਬਾਖੂਬੀ ਹਰ ਕੋਈ ਜਾਣਦਾ ਸੀ ਕਿ ਸਾਰੇ ਭਾਰਤ 'ਚੋਂ ਸੰਗਤ ਉਸ ਥਾਂ ਦੇ ਉੱਤੇ ਪਹੁੰਚ ਰਹੀ ਹੈ। ਉਹ ਇੱਕ ਅਜਿਹਾ ਕੇਂਦਰ ਬਣਨ ਜਾ ਰਿਹਾ ਹੈ, ਸ਼ਾਇਦ ਉਸ ਕੇਂਦਰ ਦੀ ਗੂੰਜ ਸੁਣ ਕੇ ਕੇਂਦਰ ਸਰਕਾਰ ਦੀਆਂ ਕੁਰਸੀਆਂ ਡਿੱਗ ਪੈਂਦੀਆਂ, ਹਿੱਲਦੀਆਂ ਨਹੀਂ ਡਿੱਗ ਪੈਂਦੀਆਂ। ਪਰ ਉਹਨਾਂ ਨੂੰ ਪਤਾ ਸੀ ਕੇਂਦਰ ਸਰਕਾਰ ਨੂੰ ਕਿ ਸਾਡੀਆਂ ਕੁਰਸੀਆਂ ਜਿਹੜੀਆਂ ਨੇ ਉਹਦੇ ਪਾਵੇ ਹੁਣ ਢਿੱਲੇ ਕਰ ਰਹੇ ਨੇ, ਇਹ ਗਿਰ ਜਾਣੀਆਂ ਨੇ, ਅਸੀਂ ਮੂੰਹ ਭਾਨੇ ਡਿਗਾਂਗੇ। ਇਸ ਲਈ ਇਹ 45 ਲੱਖ ਮੰਗਦੇ ਨੇ, ਛੱਡੋ ਇਹਨਾਂ ਨੂੰ 1 ਕਰੋੜ ਵੀ ਦੇ ਦਿਓ, ਜੋ ਇਹ ਗੱਲ ਇਹਨਾਂ ਨੇ ਕਹੀ ਵੱਧ ਵੀ ਦੇ ਦਿੰਦੇ, ਕਿਉਂਕਿ ਦਿੱਲੀ ਦੀਆਂ ਬਰੂਹਾਂ ਤੇ ਪਿਆ ਭਾਰ ਉਹਨਾਂ ਤੋਂ ਸਹਿਣ ਨਹੀਂ ਹੋ ਰਿਹਾ। ਤੇ ਜੇਕਰ ਲਖੀਮਪੁਰ ਵਿੱਚ ਉਦਾਂ ਦਾ ਭਾਰ ਪੈਣਾ ਸ਼ੁਰੂ ਹੋ ਜਾਂਦਾ ਤਾਂ ਇਹਨਾਂ ਦੀ ਜਾਨ ਨਿਕਲ ਜਾਣੀ ਸੀ। ਉੱਤੋਂ ਅੱਗੇ ਚੋਣਾਂ ਨੇ, ਪੰਜਾਬ ਦੇ ਵਿੱਚ ਵੀ ਚੋਣਾਂ ਨੇ। ਸਾਰੀ ਘਟਨਾ ਦਾ ਤੁਸੀਂ ਨਿਚੋੜ ਕੀ ਕੱਢਦੇ ਹੋ ਇਸ ਸਾਰੀ ਘਟਨਾ ਨੂੰ ਦੇਖਣ ਤੋਂ ਬਾਅਦ? ਕਿਉਂਕਿ ਸਾਡੀ ਆਵਾਮ ਬਹੁਤ ਭੋਲੀ ਹੈ, ਸਾਡੇ ਲੋਕ ਬੜੇ ਸਿੱਧੇ ਨੇ, ਉਹ ਜਾਣਦੇ ਨੇ ਕਿ ਇਸ ਬੰਦੇ ਨੇ ਗੁਰੂ ਦੀ ਬੇਅਦਬੀ ਕੀਤੀ, ਉਹ ਜਾਣਦੇ ਨੇ ਇਸ ਬੰਦੇ ਨੇ ਹੱਥ 'ਚ ਗੁਟਕਾ ਸਾਹਿਬ ਫੜ ਕੇ ਝੂਠ ਬੋਲਿਆ, ਉਹ ਜਾਣਦੇ ਨੇ ਇਸ ਅਫਸਰ ਨੇ ਸਾਡੇ ਆਪਣੇ ਭਰਾਵਾਂ ਨੂੰ ਨੰਗਿਆ ਕਰ ਕਰਕੇ ਤਸ਼ੱਦਦ ਕੀਤੀ, ਉਹ ਜਾਣਦੇ ਨੇ ਕਿ ਆਹ ਜਿਹੜਾ ਸੈਣੀ ਸੀ ਇਹਨੇ ਕਿੱਦਾਂ ਬੁੱਚੜ ਬਣ ਕੇ ਲੋਕਾਂ ਨੂੰ ਮਾਰਿਆ, ਉਹ ਜਾਣਦੇ ਨੇ ਕਿ KPS ਗਿੱਲ ਨੇ ਕੀ ਕੀਤਾ, ਉਹ ਜਾਣਦੇ ਨੇ ਕਿ ਇੰਦਰਾ ਨੇ ਕੀ ਕੀਤਾ। ਪਰ ਫਿਰ ਵੀ ਵੋਟਾਂ ਉਹਨਾਂ ਦੇ ਹੱਕ 'ਚ ਭੁਗਤ ਜਾਂਦੀਆਂ ਨੇ, ਫਿਰ ਵੀ ਅਸੀਂ ਨਾਅਰੇ ਉਹਨਾਂ ਦੀਆਂ ਰੈਲੀਆਂ ਦੇ ਪਿੱਛੇ ਜਾ ਕੇ ਲਾਉਂਦੇ ਹਾਂ, ਫਿਰ ਵੀ ਅਸੀਂ ਸੋਲੇ ਅਕਾਲੀਆਂ ਦੇ, ਕਾਂਗਰਸ ਦੇ, ਭਾਜਪਾ ਦੇ ਗਾਉਂਦੇ ਹਾਂ। ਇਹਨਾਂ ਨੂੰ ਕੀ ਕਹਾਂਗੇ ਅਸੀਂ ਕਿ ਇੰਨੇ ਅਸੀਂ ਬੇਵਕੂਫ ਹਾਂ, ਅਸੀਂ ਇੰਨੇ ਸਿੱਧਰੇ ਹਾਂ, ਜਾਂ ਅਸੀਂ ਆਪਣੀ ਜ਼ਮੀਰ ਮਾਰ ਚੁੱਕੇ ਹਾਂ ਜਿਹੜੇ ਅਜੇ ਵੀ ਅਜਿਹੇ ਕਾਤਲਾਂ ਦੇ ਪਿੱਛੇ ਤੁਰ ਰਹੇ ਹਾਂ? ਜਦੋਂ ਉਹਨਾਂ ਨੇ ਤੁਹਾਡੀਆਂ ਜ਼ਮੀਰਾਂ ਮਾਰ ਕੇ ਤੇ ਤੁਹਾਡੇ ਹੱਥ ਗਲ 'ਚ ਕਿਰਪਾਨਾਂ ਪਾ ਕੇ ਤੇ ਤੁਹਾਡੀਆਂ ਅੰਮ੍ਰਿਤ ਛਕਾ ਕੇ ਤੇ ਤੁਹਾਡੀਆਂ ਹੱਥ 'ਚ ਬੋਤਲਾਂ ਫੜਾ ਕੇ ਤੁਹਾਨੂੰ ਰੈਲੀਆਂ 'ਤੇ ਲੈ ਕੇ ਗਏ, ਤਾਂ ਜ਼ਮੀਰਾਂ ਮਰੀਆਂ ਵਾਲੀ ਨੇ ਸਾਰੇ। ਬਿਲਕੁਲ ਸ਼ਰੇਆਮ ਤੁਸੀਂ ਅੰਮ੍ਰਿਤ ਛਕਿਆ ਹੈ, ਸ਼ਰੇਆਮ ਤੁਹਾਡੀਆਂ ਗੱਡੀਆਂ 'ਚ ਬੋਤਲਾਂ ਤੁਸੀਂ ਫੜ ਕੇ ਤੇ ਪੀਂਦੇ ਆ ਰਹੇ ਜੇ। ਇਹ 2 ਕਤਲ ਹੋ ਰਹੇ ਨੇ, ਇੱਕ ਤਾਂ ਇਨਸਾਨੀ ਜ਼ਮੀਰ ਦਾ ਤੇ ਦੂਸਰਾ ਸਭ ਤੋਂ ਵੱਡਾ ਕਤਲ ਸਿੱਖ ਦੀ ਕਿਰਦਾਰਕੁਸ਼ੀ ਦਾ। ਤੋ ਜ਼ਮੀਰਾਂ ਤਾਂ ਇਹਨਾਂ ਨੇ ਪਹਿਲਾਂ ਹੀ ਮਾਰਤੀਆਂ। ਜ਼ਮੀਰਾਂ ਜਦੋਂ ਕੌਮਾਂ ਨੂੰ ਮਾਰੀਦਾ ਨਾ ਤੇ ਪਹਿਲਾਂ ਉਹਨਾਂ ਦੀਆਂ ਜ਼ਮੀਰਾਂ ਹੀ ਮਾਰੀ ਦੀਆਂ। ਮੈਂ ਤੁਹਾਨੂੰ ਦੱਸਾਂ, ਹੁਣ ਮਾੜਾ ਜਿਹਾ ਆਪਣਾ ਆਫ ਦਾ ਟਰੈਕ ਜਾ ਰਹੇ ਜੀ। ਜਿਹੜਾ ਨਸ਼ਾ ਵਿਕਦਾ ਇੰਡੀਆ ਦੇ ਵਿੱਚ, ਆਪਣਾ ਪੰਜਾਬ ਦੇ ਵਿੱਚ, ਤੁਹਾਡੀ ਕੀ ਸਲਾਹ? ਪੁਲਿਸ ਵਿਕਾ ਰਹੀ ਹੈ ਜਾਂ ਕੋਈ ਕਰਿੰਦੇ ਵੇਚ ਰਹੇ ਨੇ, ਇੰਟੈਲੀਜੈਂਸ ਏਜੰਸੀਆਂ ਵਿਕਵਾ ਰਹੀਆਂ? ਨਹੀਂ ਤੁਹਾਨੂੰ ਮਜੀਠੀਆ ਜੋ ਕੇਂਦਰ ਦਾ ਦਿੱਤਾ ਹੁੰਦਾ, ਹਜ਼ਾਰਾਂ ਕਰੋੜਾਂ, 6000 ਕਰੋੜ 'ਚੋਂ 2-3000 ਕਰੋੜ ਉੱਤੇ ਵੀ ਗਿਆ। ਜਿਹੜਾ ਸਲਵਿੰਦਰ ਸਿੰਘ ਉੱਥੇ ਬਾਰਡਰ 'ਤੇ ਫੜਿਆ ਗਿਆ, ਜਿਹਨੇ ਖੁਦ ਲਿਆ ਕੇ ਟੈਰਿਸ ਜਿਹੜੇ ਪਠਾਨਕੋਟ ਹਵਾਈ ਅੱਡੇ 'ਤੇ ਛੱਡ ਦਿੱਤੇ, ਉਹਦੇ 'ਤੇ ਕੋਈ ਐਕਸ਼ਨ ਹੋਇਆ? ਉਹ ਕਹਿੰਦੇ ਉਹ ਤਾਂ ਸਮਾਨ, ਉਹ ਹੀਰੇ ਜਵਾਹਰਾਤ ਕਿਹਨਾਂ ਦੇ ਆਏ ਸੀ? ਉਹ ਹੀਰੇ ਜਵਾਹਰਾਤ ਇਹਨਾਂ ਦੇ ਦਿੱਲੀ ਵਾਲਿਆਂ ਦੇ ਆਏ ਸੀ। ਉਹ ਤਾਂ ਲੈਣ ਗਿਆ ਸੀ, ਉਹਨਾਂ ਨੇ 4 ਮਿਲੀਟੈਂਟ ਵੀ ਨਾਲ ਭੇਜਤੇ ਕਿ ਉਹ ਸਾਨੂੰ ਹਵਾਈ ਅੱਡੇ ਤੱਕ ਛੱਡ ਦੇ। ਉਹਦੀ ਗੱਡੀ 'ਚ ਬਹਿ ਕੇ ਹੂਟਰ ਮਾਰਦਾ ਹੈ, ਰਾਜ ਸਲੂਟ ਵੱਜੇ ਨੇ ਉਹਨੂੰ, ਅਤੇ ਉਹ ਚੱਕੀ ਪੁਲ 'ਤੇ ਉਤਾਰ ਕੇ ਗਿਆ ਉਹਨਾਂ ਨੂੰ। ਅਤੇ ਉਹਨਾਂ ਨੇ ਸਾਡਾ ਇੰਨਾ ਨੁਕਸਾਨ ਕਰਤਾ, ਇਹਨੇ ਸਾਡੇ ਬੰਦੇ ਮਾਰਤੇ, ਉਸ ਬੰਦੇ ਨੂੰ ਕੱਖ ਨਹੀਂ ਹੋਇਆ। ਅਤੇ ਇਹ ਸਾਰਾ ਜਿਹੜਾ ਨੈਟਵਰਕ ਹੈ, ਇਹ ਜਿਹੜਾ ਪੰਜਾਬ ਦੇ ਵਿੱਚ ਨਸ਼ਾ 30% ਤੁਹਾਡਾ ਪੰਜਾਬ ਬਾਹਰ ਜਾ ਚੁੱਕਿਆ ਭਾਈ ਸਾਹਿਬ, 30% ਅੱਜ ਪੰਜਾਬ ਆਊਟ ਹੈ। ਅਤੇ ਬਾਕੀ ਤੁਹਾਡੀਆਂ ਜ਼ਮੀਰਾਂ ਮਾਰਤੀਆਂ ਇਹਨਾਂ ਨੇ, ਰਹਿੰਦੇ ਖੜੇ ਨਸ਼ੇੜੀ ਕਰਦੇ, ਚੱਪੇ ਚੱਪੇ 'ਤੇ ਨਸ਼ਾ ਵੇਚ ਰਹੇ ਨੇ, ਕੋਈ ਫੜਦਾ ਨਹੀਂ, ਕੋਈ ਫੜਾਉਂਦਾ ਨਹੀਂ। ਅਤੇ ਸਾਰਾ ਪੰਜਾਬ ਨੂੰ ਖਤਮ ਕਰਨ ਦਾ ਇੱਕ ਸਿਲਸਿਲਾ ਚਲਾਇਆ ਹੋਇਆ ਹੈ। ਇਹ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ। 10-20 ਸਾਲਾਂ ਬਾਅਦ ਇਹਦਾ ਪੰਜਾਬ ਦਾ ਨਾਂ ਕੈਂਸਰ ਪੰਜਾਬ ਹੋਏਗਾ। ਨਹੀਂ, ਇਹ ਤਾਂ ਕੁਛ ਨਹੀਂ, ਕੋਈ ਗੱਲ ਨਹੀਂ। ਇਹ ਚੀਜ਼ਾਂ ਜੋ ਕਰਦੇ ਨੇ ਕਰਦੇ, ਪਰ ਅਕਸਰ ਕਹਿੰਦੇ ਨੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ 'ਤੇ, ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਇਸ ਉੱਤੇ ਬੜਿਆਂ ਨੇ ਮਾੜੀਆਂ ਨਜ਼ਰਾਂ ਪਾਈਆਂ। ਜਦੋਂ ਸਾਰੀ ਕੌਮ ਖਤਮ ਕਰ ਦਿੱਤੀ ਗਈ ਸੀ, ਉਦੋਂ ਵੀ ਗੁਰਜਰ ਸਿੰਘ, ਬੋਤਾ ਸਿੰਘ ਵਰਗੇ ਖੜੇ ਸੀ ਛਾਤੀ ਠੋਕ ਕੇ, ਚੁੰਗੀ ਲਾ ਕੇ। ਅਤੇ ਇਹਨਾਂ ਨੂੰ ਆਪਣੀਆਂ ਕੋਸ਼ਿਸ਼ਾਂ ਕਰਨ ਦਿਓ, ਪਰ ਇਹ
ਜਿਹੜੇ ਗੁਰੂਆਂ ਦੇ ਖੰਡੇ ਬਾਟੇ ਦੀ ਪਹੁਲ ਅੰਦਰ ਸਾਡੇ ਸਿੰਘਾਂ ਦੇ ਜਿਹਨਾਂ ਦੀ ਜ਼ਮੀਰਾਂ ਜਾਗਦੀਆਂ ਨੇ ਅੰਦਰ, ਜਿਹਨਾਂ ਨੇ ਧਾਰਨ ਕੀਤੀ ਹੈ ਸੱਚੀ ਰੂਹ ਦੇ ਨਾਲ, ਉਹਨਾਂ ਦੇ ਅੰਦਰ ਹਰ ਕਿਸੇ ਦੇ ਅੰਦਰ ਕਿਤੇ ਨਾ ਕਿਤੇ ਮੇਰਾ ਕਲਗੀਧਰ ਅੱਜ ਵੀ ਜਿਉਂਦਾ ਆ। ਪਰ ਹਾਂ, ਇਮਤਿਹਾਨ ਦੀ ਘੜੀ ਚੱਲ ਰਹੀ ਹੈ। ਕਹਿੰਦੇ ਕਿ ਸੰਘਣੇ ਹਨੇਰੇ ਤੋਂ ਬਾਅਦ ਸਵੇਰ ਆਉਂਦੀ ਹੈ। ਇਹ ਸੰਘਣਾ ਹਨੇਰਾ ਚੱਲ ਰਿਹਾ ਹੈ। ਜਿਉਂਦੇ ਜੇ ਨਾ ਜੀ, ਜਿਹੜੇ ਉਹ ਜ਼ਮੀਰਾਂ ਵਾਲੇ 8-10% ਨੇ, ਉਹਨਾਂ ਦੇ ਸਿਰ ਤੇ ਜਿਉਂ ਰਿਹਾ ਜੇ। ਬਿਲਕੁਲ। ਇਹ ਨਹੀਂ ਮੈਂ ਕਹਿੰਦਾ ਕਿ ਸਤਿਆਨਾਸ਼ ਹੋ ਜਾਏਗਾ ਸਿੱਖ ਧਰਮ ਦਾ, ਉਹ ਤਾਂ ਕੋਈ ਅੱਜ ਤੱਕ ਕਰ ਹੀ ਨਹੀਂ ਸਕਿਆ। ਬਿਲਕੁਲ। ਉਹ ਤਾਂ ਜਦੋਂ ਸਾਡੇ ਤੇ ਹਜ਼ਾਰਾਂ ਦਾ ਇਨਾਮ ਸੀ ਸਿਰ ਤੇ, ਉਦੋਂ ਨਹੀਂ ਕਰ ਸਕਿਆ, ਤੇ ਇਹ ਕੀ ਕਰ ਸਕਦੇ? ਸਾਡਾ ਜ਼ਮੀਰਾਂ ਵਾਲੇ ਵੀ ਬਤੇਰੇ ਨੇ, ਬਿਲਕੁਲ, ਉਹਨਾਂ ਤੇ ਹੀ ਖਾਲਸਾ ਖੜਾ ਜੀ। ਤੋ ਇਸ ਕਰਕੇ ਇਹ ਮਤ ਸੋਚਣ ਜਦੋਂ ਅਸੀਂ ਖਤਮ ਹੋਣਾ ਸੀ ਉਦੋਂ ਨਹੀਂ ਹੋਏ, ਹੁਣ ਤਾਂ ਸਾਨੂੰ ਕੋਈ ਖਤਮ ਕਰਨ ਵਾਲਾ ਜੰਮਿਆ ਹੀ ਨਹੀਂ। ਕਿਸਾਨ ਆਗੂਆਂ ਨੂੰ ਇਸ ਸਾਰੇ ਲਖੀਮਪੁਰ ਦੇ ਵਿੱਚ ਜੋ ਕੁਝ ਵਾਪਰਿਆ, ਅਜੇ ਮਿਸ਼ਰਾ ਦੇ ਟੈਣੀ ਦੇ ਮੁੰਡੇ ਨੇ ਜੋ ਕੁਝ ਕੀਤਾ, ਉਸ ਤੋਂ ਬਾਅਦ ਹਜੇ ਤੱਕ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿੱਤਾ, ਤੇ ਜੋ ਐਕਸ਼ਨ ਪਲਾਨ ਕਿਸਾਨ ਜਥੇਬੰਦੀਆਂ ਦੇ ਆਗੂ ਪਲਾਨ ਕਰ ਰਹੇ ਨੇ ਉਹਦੇ ਵਿੱਚ ਕੋਈ ਦਮ ਨਹੀਂ ਲੱਗ ਰਿਹਾ। ਕੀ ਸੁਝਾਅ ਦੇਣਾ ਚਾਹੋਗੇ ਸਾਡੇ ਜਥੇਬੰਦੀਆਂ ਦੇ ਆਗੂਆਂ ਨੂੰ? ਮੈਂ ਇਹ ਵੀ ਬੇਨਤੀ ਕਰਾਂਗਾ ਕਿ ਤੁਸੀਂ ਜੋ ਵੀ ਤੁਹਾਨੂੰ ਲੱਗਦਾ ਆ ਕਿ ਟਕੈਤ ਨੇ ਸਹੀ ਕੀਤਾ, ਗਲਤ ਕੀਤਾ, ਪਰ ਉਹਨਾਂ ਨੂੰ ਵੀ ਮੈਂ ਜ਼ਰੂਰ ਚਾਹਾਂਗਾ ਅਲੱਗ ਤੋਂ ਕੋਈ ਸੁਝਾਅ ਜ਼ਰੂਰ ਤੁਸੀਂ ਦਿਓ। ਮੈਂ ਸਾਰੀਆਂ ਕਿਸਾਨ ਜਥੇਬੰਦੀ ਮੇਰੇ ਵੀਰਾਂ ਨੂੰ ਇਹੀ ਸਲਾਹ ਦੇਣਾ ਹੈ ਕਿ ਸਾਰਾ ਪੰਜਾਬ ਤੁਹਾਡੇ ਪਿੱਛੇ ਲੱਗ ਕੇ ਤੁਰਿਆ, ਬੱਚਾ ਤੁਹਾਡੇ ਪਿੱਛੇ, ਤੁਹਾਡੇ ਤੇ ਉਹਨਾਂ ਨੇ ਵਿਸ਼ਵਾਸ ਕੀਤਾ। ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਉਹਨਾਂ ਦੇ ਵਿਸ਼ਵਾਸ 'ਤੇ ਪਹਿਰਾ ਦਿਓ ਤੇ ਉਹਨਾਂ ਦੀ ਕਸੌਟੀ 'ਤੇ ਪੂਰੇ ਉਤਰੋ। ਅਗਰ ਤੁਸੀਂ ਇਸ ਤੋਂ ਟਸ-ਮਸ ਹੋਏ ਤੇ ਤੁਹਾਡਾ ਪੰਜਾਬ ਦੇ ਵਿੱਚ ਤੁਹਾਡੇ ਮਤਲਬ ਤੁਹਾਨੂੰ ਆਪਣੇ ਆਪ ਨੂੰ ਜ਼ਮੀਰਾਂ ਹੀ ਮਾਰ ਕੇ ਆਓਗੇ, ਘਰਾਂ ਨੂੰ ਰਹਿਣਾ ਤੁਹਾਡਾ ਕੱਖ ਨਹੀਂ। ਜ਼ਮੀਰਾਂ ਮਰੀਆਂ ਵਾਲੇ ਤੇ ਹੁਣ ਵੀ ਲੱਖਾਂ 'ਚ ਤੁਰੇ ਫਿਰਦੇ। ਬਿਲਕੁਲ। ਜਿਸ ਬੰਦੇ ਦੀ ਜ਼ਮੀਰ ਹੀ ਹੈ ਨਹੀਂ, ਤੋ ਇਸ ਕਰਕੇ ਤੁਸੀਂ ਬੜੇ ਧਿਆਨ ਨਾਲ ਸੋਚ। ਹੁਣ ਤੱਕ ਤੁਸੀਂ ਬਹੁਤ ਵਧੀਆ ਚੱਲੇ ਜੇ, ਹੁਣ ਤੁਹਾਡੇ ਤੇ ਇੱਕ ਬਹੁਤ ਵੱਡੀ ਜਿਹੜੀ ਹੈ ਟੈਸਟ ਦੀ ਘੜੀ ਆਈ ਹੈ। ਆ ਜਿਹੜਾ ਹੁਣ ਬਹੁਤ ਵੱਡਾ ਤੁਹਾਡੇ ਤੇ ਟੈਸਟ ਆਇਆ, ਜੇ ਤੁਸੀਂ ਇਹਦੇ 'ਚੋਂ ਪਾਸ ਹੋ ਕੇ ਨਿਕਲ ਗਏ ਤੇ ਫਿਰ ਹੀ ਤੁਸੀਂ ਕੁਝ ਹਾਸਲ ਕਰ ਪਾਓਗੇ, ਨਹੀਂ ਤਾਂ ਤੁਹਾਨੂੰ ਕੁਝ ਵੀ ਹਾਸਲ ਨਹੀਂ। ਬਿਲਕੁਲ ਜੀ। ਕਿਹਾ ਜਾਂਦਾ ਕਿ ਇਹ ਕਲਾ ਉਸ ਪਰਮਾਤਮਾ ਨੇ ਵਰਤਾਈ ਹੈ, ਤੇ ਇਸ ਕਲਾ ਦੇ ਵਿੱਚ ਜਿਸ ਨੇ ਵੀ ਯੋਗਦਾਨ ਆਪਣੀ ਸੱਚੀ ਰੂਹ ਦੇ ਨਾਲ ਪਾਇਆ ਇਸ ਮੋਰਚੇ ਦੇ ਵਿੱਚ, ਇਸ ਸੰਘਰਸ਼ ਦੇ ਵਿੱਚ, ਉਸ ਦਾ ਨਾਮ ਜ਼ਰੂਰ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ, ਕਿਉਂਕਿ ਇਹ ਇਤਿਹਾਸ ਲਿਖਿਆ ਜਾ ਰਿਹਾ ਹੈ, ਇਤਿਹਾਸਿਕ ਵਰਤਾਰਾ ਵਰਤ ਰਿਹਾ ਹੈ। ਤੇ ਜਿਸ ਨੇ ਵੀ ਗੱਦਾਰੀ ਕੀਤੀ, ਜਿਸ ਨੇ ਵੀ ਕੋਈ ਵੀ ਭੁੱਲ ਨਾਲ ਵੀ ਖਤਾ ਕਰਤੀ, ਉਸ ਦਾ ਨਾਮ ਤਾਂ ਉਮਰ ਵਾਸਤੇ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ 'ਚ ਲਿਖਿਆ ਜਾਏਗਾ, ਦੁਸ਼ਮਣ ਵਜੋਂ ਲਿਖਿਆ ਜਾਏਗਾ, ਪੰਜਾਬ ਦੇ ਦੁਸ਼ਮਣ ਵਜੋਂ, ਇਨਸਾਨੀਅਤ ਦੁਸ਼ਮਣ ਵਜੋਂ, ਕੌਮ ਦੇ ਦੁਸ਼ਮਣ ਵਜੋਂ। ਪਰ ਮੈਂ ਅੰਤ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਨੂੰ, ਖਾਸ ਕਰਕੇ ਭਾਰਤ ਤੇ ਪੰਜਾਬ ਦੀ ਸੰਗਤ ਨੂੰ ਇੱਕੋ ਹੀ ਬੇਨਤੀ ਕਰਾਂਗਾ। ਅਕਸਰ ਤੁਸੀਂ ਲੀਡਰਾਂ ਨੂੰ, ਵੱਡੇ ਸਾਡੇ ਸਿੱਖ ਬੁੱਧੀਜੀਵੀਆਂ ਨੂੰ ਤੇ ਬੁੱਧੀਜੀਵੀਆਂ ਨੂੰ ਦੇਖਿਆ ਹੋਗਾ ਮੰਚਾਂ ਦੇ ਉੱਤੋਂ ਕਹਿੰਦੇ ਨੇ ਕਿ ਜਨਰਲ ਐਡਵਾਇਰ ਨੇ ਜਲਿਆਂਵਾਲੇ ਬਾਗ ਦੇ ਵਿੱਚ ਕਤਲੇਆਮ ਕੀਤਾ ਸੀ, ਸਭ ਤੋਂ ਵੱਡਾ ਉਹ ਕਤਲੇਆਮ ਸੀ। ਇੰਨਾ ਵੱਡਾ ਕਤਲੇਆਮ ਅਸੀਂ ਕਦੇ ਨਹੀਂ ਭੁੱਲ ਸਕਦੇ, ਬੜਾ ਕਰੂਰਲ ਸੀ ਉਹ ਮੰਜ਼ਰ। ਪਰ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਾਂਗਾ ਕਿ ਜਨਰਲ ਐਡਵਾਇਰ ਤੋਂ ਕਿਤੇ ਵੱਡੇ ਕਾਤਲ ਗੂਗਲ ਤੇ ਜਾ ਕੇ ਸਰਚ ਮਾਰ ਲਿਓ ਕਿ ਜਨਰਲ ਐਡਵਾਇਰ ਨੇ ਜਦੋਂ ਜਲਿਆਂਵਾਲੇ ਬਾਗ ਦੇ ਉੱਤੇ ਅਟੈਕ ਕੀਤਾ ਤੇ ਉਦੋਂ ਕਿੰਨੇ ਲੋਕ ਮਰੇ। ਉਸ ਤੋਂ ਬਾਅਦ ਗੂਗਲ ਦੇ ਉੱਤੇ ਟਾਈਪ ਕਰਿਓ ਜਾ ਕੇ ਕਿ ਜਦੋਂ 1984 ਦੇ ਵਿੱਚ ਅਟੈਕ ਹੁੰਦਾ ਹੈ ਦਰਬਾਰ ਸਾਹਿਬ ਦੇ ਵਿੱਚ, ਉਦੋਂ ਕਿੰਨੇ ਸਿੱਖ ਮਰੇ। ਅਕਤੂਬਰ ਦੇ ਵਿੱਚ ਜਦੋਂ ਇੰਦਰਾ ਨੂੰ ਸੌਦਾ ਲੱਗਦਾ ਉਦੋਂ ਕਿੰਨੇ ਸਿੱਖ ਮਰੇ, ਜਾਂ ਉਦੋਂ ਕਿੰਨੇ ਟੋਟਲ ਮੌਤਾਂ ਹੋਈਆਂ। ਉਸ ਤੋਂ ਬਾਅਦ ਜਾ ਕੇ ਤੁਸੀਂ ਟਾਈਪ ਕਰਿਓ ਨਰਿੰਦਰ ਮੋਦੀ, BJP, ਠੀਕ ਹੈ ਜੀ। ਗੋਧਰਾ ਕਾਂਡ ਦੇ ਵਿੱਚ ਗੁਜਰਾਤ ਦੇ ਵਿੱਚ ਕਿੰਨੇ ਮੁਸਲਮਾਨ ਮਰੇ। ਜਦੋਂ ਤੁਸੀਂ ਇਹ ਆંકੜੇ ਜਦੋਂ ਮੈਚ ਕਰੋਗੇ ਨਾ, ਆંકੜੇ ਮੈਚ ਕਰਨ ਤੋਂ ਬਾਅਦ ਤੁਹਾਡੇ ਹੋਸ਼ ਉੱਡ ਜਾਣਗੇ, ਪੈਰਾਂ ਥੱਲੋਂ ਜ਼ਮੀਨ ਨਿਕਲ ਜਾਏਗੀ ਕਿ ਜਨਰਲ ਐਡਵਾਇਰ ਨੇ ਤਾਂ ਬਹੁਤ ਘੱਟ ਲੋਕ ਮਾਰੇ ਸੀ। ਚਿੱਟੇ ਅੰਗਰੇਜ਼ ਤਾਂ ਅਸੀਂ ਇੱਥੋਂ ਕੱਢਤੇ, ਪਰ ਜਿਹੜੇ ਅਸੀਂ ਕਾਲੇ ਅੰਗਰੇਜ਼ ਕੁਰਸੀਆਂ ਤੇ ਬਿਠਾਤੇ, ਉਹ ਤਾਂ ਉਹਨਾਂ ਤੋਂ ਵੀ ਵੱਡੇ ਕਾਤਲ ਨੇ। ਤਾਂ ਇਸ ਲਈ ਕਹਿਣਾ ਆ ਕਿ ਥੋੜ੍ਹਾ ਬਹੁਤਾ ਇਤਿਹਾਸ ਪੜ੍ਹਿਆ ਕਰੋ, ਥੋੜ੍ਹਾ ਬਹੁਤਾ ਆਪਣਾ ਜ਼ਹਿਨ ਜਿਉਂਦਾ ਰੱਖਿਆ ਕਰੋ। ਹਰ ਝੰਡੀ ਦੇ ਪਿੱਛੇ, ਹਰ ਡੰਡੀ ਦੇ ਪਿੱਛੇ ਜਾਣ ਦੀ, ਉਹਨਾਂ ਦੇ ਪਿੱਛੇ ਪੂੰਛ ਹਿਲਾਉਣ ਦੀ, ਕੁਝ ਟੁਕੜਿਆਂ ਪਿੱਛੇ ਉਹਨਾਂ ਦੇ ਤਲਵੇ ਚੱਟਣ ਦੀ ਸਾਨੂੰ ਲੋੜ ਨਹੀਂ। ਅਸੀਂ ਗੁਰੂਆਂ ਪੀਰਾਂ ਦੀ ਧਰਤੀ ਉੱਤੇ ਰਹਿੰਦੇ ਹਾਂ, ਕਿਰਤੀ ਲੋਕ ਆ, ਕਿਰਤ ਕਰਕੇ ਕਮਾ ਕੇ ਖਾਣ ਵਾਲੇ ਲੋਕ ਆ, ਦੂਜਿਆਂ ਦਾ ਢਿੱਡ ਭਰਨ ਵਾਲੇ ਲੋਕ ਆ। ਪਰ ਹਾਂ, ਅਗਰ ਜ਼ਮੀਰਾਂ ਮਾਰ ਕੇ ਅਸੀਂ ਅੱਜ ਵੀ ਅਕਾਲੀਆਂ ਦੀ, ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਜਾਂਦੇ ਹਾਂ, ਝਾੜੂ ਫੜ ਕੇ ਲੋਕਾਂ ਨੂੰ ਦਿਖਾਉਂਦੇ ਹਾਂ, ਤੱਕੜੀ ਦੇ ਵਿੱਚ ਕੁਝ ਤੋਲਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਫੁੱਲ ਅਸੀਂ ਕਿਸੇ ਦੇ ਸਾਹਮਣੇ ਜਾ ਕੇ ਕਮਲ ਦਾ ਚੜਾਉਂਦੇ ਹਾਂ, ਤਾਂ ਮੈਂ ਕਹਾਂਗਾ ਤੁਹਾਡੇ ਨਾਲੋਂ ਵੱਧ ਕੋਈ ਵੀ ਬੇਗੈਰਤ ਇਨਸਾਨ ਨਹੀਂ ਹੋ ਸਕਦਾ। ਕਿਉਂਕਿ ਜਿਹਨਾਂ ਨੇ ਸਾਡੇ ਆਪਣੇ ਮਾਰੇ ਨੇ, ਤੁਸੀਂ ਅੱਜ ਵੀ ਉਹਨਾਂ ਦੇ ਪੈਰਾਂ ਦੇ ਵਿੱਚ ਜਾ ਕੇ ਡਿੱਗੇ ਹੋ। ਇਸ ਲਈ ਬੇਨਤੀ ਹੈ ਕਿ ਅੱਗੇ ਚੋਣਾਂ ਚਾਹੇ ਪੰਜਾਬ 'ਚ ਹੋਣ, ਚਾਹੇ UP 'ਚ ਹੋਣ, ਚਾਹੇ ਭਾਰਤ ਦੇ ਕਿਸੇ ਵੀ ਹੋਰ ਖਿੱਤੇ ਦੇ ਵਿੱਚ ਹੋਣ, ਇਹਨਾਂ ਗੱਲਾਂ ਨੂੰ, ਇਹਨਾਂ ਆંકੜਿਆਂ ਨੂੰ ਜ਼ਰੂਰ ਧਿਆਨ 'ਚ ਰੱਖਿਓ, ਕਿਉਂਕਿ ਇਹ ਉਹ ਲੋਕ ਨੇ
ਜਿਨ੍ਹਾਂ ਦੀ ਭੱਠੀ ਵਿੱਚ ਲਾਸ਼ਾਂ ਹਿੰਦੂਆਂ ਦੀਆਂ ਲੱਗੀਆਂ ਨੇ, ਮੁਸਲਮਾਨਾਂ ਦੀਆਂ ਲੱਗੀਆਂ ਨੇ, ਸਿੱਖਾਂ ਦੀਆਂ ਲੱਗੀਆਂ ਨੇ, ਈਸਾਈਆਂ ਦੀਆਂ ਲੱਗੀਆਂ ਨੇ, ਬੋਧੀਆਂ ਦੀਆਂ ਲੱਗੀਆਂ ਨੇ, ਜੈਨੀਆਂ ਦੀਆਂ ਲੱਗੀਆਂ ਨੇ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹਨਾਂ ਨੂੰ ਫਰਕ ਸਿਰਫ ਇੱਥੇ ਪੈਂਦਾ ਆ ਜੇ ਭੱਠੀ ਠੰਡੀ ਹੋਵੇ, ਲਾਸ਼ਾਂ ਲੱਗੀਆਂ ਹੋਣ, ਭੱਠੀ ਮੱਗਦੀ ਹੋਵੇ, ਇਹਨਾਂ ਦੀਆਂ ਰੋਟੀਆਂ ਸਿੱਕਦੀਆਂ ਹੋਣ, ਬਸ ਇਹਨਾਂ ਨੂੰ ਉਹ ਚਾਹੀਦਾ ਹੈ ਲਾਸ਼ਾਂ ਕਿਸੇ ਦੀਆਂ ਵੀ ਲੱਗੀਆਂ ਹੋਣ। ਤੇ ਲਾਸ਼ਾਂ ਹਮੇਸ਼ਾ ਇਹ ਕਿਸੇ ਨਾ ਕਿਸੇ ਧਰਮ ਦੀਆਂ, ਕਿਸੇ ਨਾ ਕਿਸੇ ਫਿਰਕੇ ਦੀਆਂ, ਕਿਸੇ ਨਾ ਕਿਸੇ ਘੱਟ ਗਿਣਤੀ ਦੀਆਂ ਲਾਈ ਰੱਖਦੇ ਨੇ। ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸ਼ੇਅਰ ਕੀਤਾ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ। ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।